ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਬਾਣੀ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਤੇ ਦਰਸ਼ਕੋ, ਮੈਨੂੰ ਉਮੀਦ ਹੈ ਪਰਮਾਤਮਾ ਵਾਹਿਗੁਰੂ ਦੀ ਮਿਹਰ ਦੇ ਨਾਲ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ। ਅੱਜ ਮੈਂ ਭਾਈ ਸਾਹਿਬ ਭਾਈ ਡਿਪਟੀ ਸਿੰਘ ਜੀ ਹੁਣੀ ਸਾਡੇ ਨਾਲ ਜਿਹੜੇ ਸ਼ਬਦ ਦੀ ਵਿਚਾਰ ਸਾਂਝੀ ਕਰਨਗੇ ਸਾਡੇ ਨਾਲ। ਔਰ ਮੇਰਾ ਉਹਨਾਂ ਤੋਂ ਪਹਿਲਾਂ ਗੱਲ ਕਰਨ ਦਾ ਮਕਸਦ ਇਹੀ ਹੈ ਕਿ ਮੈਂ ਤੁਹਾਡੇ ਨਾਲ ਇਸ ਗੱਲ ਨੂੰ ਜ਼ਰੂਰ ਇੱਕ ਵਾਰੀ ਸਾਂਝਾ ਕਰਾਂ ਕਿ ਭਾਈ ਸਾਹਿਬ ਭਾਈ ਡਿਪਟੀ ਸਿੰਘ ਜੀ ਆਪਣੇ ਬਹੁਤ ਹੀ ਵਡਮੁੱਲੇ ਵਿਚਾਰ ਆ ਜਿਹੜੇ ਸਾਡੇ ਨਾਲ ਸਾਂਝੇ ਕਰਦੇ ਨੇ। ਬਹੁਤ ਵਡਭਾਗੇ ਆਪਾਂ ਸਾਰੇ ਹੀ ਕਿ ਉਹਨਾਂ ਦੇ ਪਾਸੋਂ ਆਪਾਂ ਵਿਚਾਰ ਸਰਵਣ ਕਰਦੇ ਹਾਂ। ਰੋਜ਼ਾਨਾ ਹੀ ਸਾਡੇ ਬਹੁਤ ਸਾਰੇ ਸੋਮਵਾਰ ਮੰਗਲਵਾਰ ਦੇ ਦਿਨ ਨੂੰ ਸਾਡੇ ਬਹੁਤ ਸਾਰੇ ਡਾਊਟਸ ਨੇ ਜਿਹੜੇ ਭਾਈ ਸਾਹਿਬ ਭਾਈ ਡਿਪਟੀ ਸਿੰਘ ਜੀ ਹੋਣਾ ਦੇ ਪਾਸੋਂ ਜਿਹੜੇ ਕਲੀਅਰ ਕੀਤੇ ਜਾਂਦੇ ਨੇ ਹਨਾ। ਤਾਂ ਸਾਡੇ ਮਨ ਦੇ ਵਿੱਚ ਕਿੰਨੇ ਸਾਰੇ ਵਿਚਾਰ ਸਨ ਕਿ ਅਸੀਂ ਪਾਠ ਕਿਵੇਂ ਕਰੀਏ, ਸੰਗਤ ਦੇ ਵਿੱਚ ਕਿਵੇਂ ਜੁੜੀਏ, ਵਾਹਿਗੁਰੂ ਦੇ ਨਾਲ ਸਾਡਾ ਮਿਲਾਪ ਕਿਵੇਂ ਹੋਵੇ, ਕੀ ਸਾਨੂੰ ਸਿਮਰਨ ਕਰਨ ਦਾ ਸਾਡਾ ਤਰੀਕਾ ਕੀ ਹੋਣਾ ਚਾਹੀਦਾ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਬਹੁਤ ਸਾਰੇ ਡਾਊਟਸ ਸੀ ਭਾਈ ਸਾਹਿਬ ਭਾਈ ਡਿਪਟੀ ਸਿੰਘ ਜੀ ਹੋਣਾ ਦੇ ਪਾਸੋਂ ਸਾਡੇ ਕਲੀਅਰ ਕਰਨ ਦੀ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ। ਤੇ ਹੁਣ ਮੈਂ ਅੱਜ ਵੀ ਆਪਾਂ ਉਹਨਾਂ ਦੇ ਪਾਸੇ ਉਹਨਾਂ ਦੇ ਵਡਮੁੱਲੇ ਵਿਚਾਰ ਆ ਜਿਹੜੇ ਸਰਵਣ ਕਰਾਂਗੇ। ਤਾਂ ਲੇਕਿਨ ਮੈਂ ਇਹੀ ਸਾਰਿਆਂ ਨੂੰ ਅਪੀਲ ਕਰਨਾ ਚਾਹਾਂਗੀ ਕਿ ਜਿਸ ਤਰ੍ਹਾਂ ਦੇ ਨਾਲ ਆਪਾਂ ਉਹਨਾਂ ਦੇ ਪਾਸੋਂ ਜਿਹੜੇ ਉਹਨਾਂ ਦੇ ਵਡਮੁੱਲੇ ਜਿਹੜੇ ਵਿਚਾਰ ਸਰਵਣ ਕਰਦੇ ਆ ਤੇ ਇਸ ਵੀਡੀਓਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੀਏ ਤਾਂ ਜੋ ਹੋਰ ਵੀ ਮਨੁੱਖੀ ਜੀਵ ਆ ਜਿਹੜੇ ਲਾਹਾ ਲੈ ਸਕਣ। ਬਹੁਤ ਸਾਰੀਆਂ ਰੂਹਾਂ ਐਸੀਆਂ ਨੇ ਜਿਨ੍ਹਾਂ ਦੇ ਕਿਸੇ ਦੇ ਸ਼ਬਦ ਵਿਚਾਰ ਸੁਣਨ ਦੇ ਨਾਲ ਕਈ ਵਾਰੀ ਜ਼ਿੰਦਗੀ ਦੇ ਵਿੱਚ ਤਬਦੀਲੀਆਂ ਆ ਜਾਂਦੀਆਂ ਨੇ। ਤਾਂ ਮੈਂ ਅਪੀਲ ਕਰਦੀ ਹਾਂ ਕਿ ਵੱਧ ਤੋਂ ਵੱਧ ਜਦੋਂ ਆਪਾਂ ਵਿਚਾਰ ਸਰਵਣ ਕਰਦੇ ਹੁੰਦੇ ਆ ਭਾਈ ਸਾਹਿਬ ਭਾਈ ਡਿਪਟੀ ਸਿੰਘ ਜੀ ਹੋਣਾ ਦੇ ਪਾਸੋਂ ਤੋਂ ਜ਼ਿਆਦਾ ਵੀਡੀਓਜ਼ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਆਪਾਂ ਹੋਰ ਜ਼ਿਆਦਾ ਜਿਹੜੇ ਮਨੁੱਖੀ ਜੀਵ ਨੇ, ਹੋਰ ਵੀ ਸਾਡੇ ਆਪਣੇ ਵੀਰ ਭੈਣ ਭਰਾ ਬੈਠੇ ਹੋਏ ਨੇ, ਉਹ ਜ਼ਿਆਦਾ ਤੋਂ ਜ਼ਿਆਦਾ ਲਾਹਾ ਲੈ ਸਕਣ। ਤੇ ਹੁਣ ਆਪਾਂ ਵਿਚਾਰ ਸਰਵਣ ਕਰਾਂਗੇ ਭਾਈ ਸਾਹਿਬ ਭਾਈ ਡਿਪਟੀ ਸਿੰਘ ਜੀ ਹੋਣਾ ਦੇ ਪਾਸੋਂ। ਤੇ ਅਸੀਂ ਬਾਣੀ ਚੈਨਲ ਦੀ ਪੂਰੀ ਟੀਮ ਦੇ ਵੱਲੋਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਵੀ ਹਾਂ ਜੋ ਸਾਨੂੰ ਸਮਾਂ ਬਖਸ਼ਦੇ ਨੇ। ਤੇ ਆਪਾਂ ਉਹਨਾਂ ਦੇ ਪਾਸੋਂ ਵਿਚਾਰ ਸਰਵਣ ਕਰਦੇ ਹਾਂ ਜੀ। ਹਾਂਜੀ, ਗੁਰਮੁਖੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸੱਚੇ ਪਾਤਸ਼ਾਹ ਨੇ ਆਪਣੇ ਤੇ ਫੇਰ ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ ਹੈ ਕਿ ਅੱਜ ਆਪਾਂ ਇੱਕ ਬਾਣੀ ਚੈਨਲ ਦੇ ਮਾਧਿਅਮ ਦੇ ਰਾਹੀਂ ਦੂਰ ਦਰਾਡੇ ਬੈਠੇ ਹੋਏ ਗੁਰਬਾਣੀ ਸ਼ਬਦ ਦੇ ਵਿਚਾਰ ਦੇ ਨਾਲ ਜੁੜਨ ਵਾਸਤੇ ਜਾ ਰਹੇ ਹਾਂ, ਜਿਸ ਵਿੱਚ ਅੱਜ ਦਾ ਆਪਣਾ ਵਿਸ਼ਾ ਹੈ ਕਿ ਸਤ ਸੰਗਤ ਤੋਂ ਕੀ ਭਾਵ ਹੈ। ਸਤ ਸੰਗਤ ਦੀ ਨਿਸ਼ਾਨੀ ਕੀ ਹੈ, ਸਾਨੂੰ ਕਿਹੋ ਜਿਹੀ ਸਤ ਸੰਗਤ ਕਰਨੀ ਚਾਹੀਦੀ ਹੈ। ਸਤ ਸੰਗਤ ਵਿੱਚ ਜਾ ਕੇ ਅਸੀਂ ਕੀ ਸਿੱਖਿਆ ਪ੍ਰਾਪਤ ਕਰਨੀ ਹੈ, ਜੋ ਅੱਜ ਦਾ ਆਪਣਾ ਇਹ ਵਿਸ਼ਾ ਜਿਸ ਤੇ ਆਪਾਂ ਕੇਂਦਰਿਤ ਰਹਿਣ ਦੀ ਕੋਸ਼ਿਸ਼ ਕਰਾਂਗੇ। ਔਰ ਗੁਰਬਾਣੀ ਦੇ ਵਿੱਚ ਇਹ ਸਭ ਤੋਂ ਉੱਤਮ ਵਿਸ਼ਾ ਗਿਣਿਆ ਗਿਆ ਹੈ, ਸਤ ਸੰਗਤ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਦੇ ਅੰਦਰ ਫਰਮਾਨ ਕਰਦੇ ਨੇ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਕਿ ਜੋ ਸਤ ਸੰਗਤ ਹੈ ਜਿਸ ਵਿੱਚ ਆ ਕੇ ਸਾਨੂੰ ਉੱਤਮ ਪੰਥ ਦੀ ਪ੍ਰਾਪਤੀ ਹੋਣੀ ਹੈ। ਉੱਤਮ ਪੰਥ ਭਾਵ ਉਹ ਮਾਰਗ, ਉਹ ਰਸਤਾ ਜਿਸ ਰਸਤੇ ਤੇ ਚੱਲ ਕੇ ਅਸੀਂ ਪਾਰ ਬ੍ਰਹਮ, ਨਿਰਾਕਾਰ, ਨਿਰੰਕਾਰ ਜੋ ਆਪਣਾ ਮੂਲ ਹੈ ਉਸ ਵਿੱਚ ਅਭੇਦ ਹੋ ਸਕਦੇ ਹਾਂ, ਉਹਦੇ ਵਿੱਚ ਸਮਾ ਸਕਦੇ ਹਾਂ। ਸੰਗਤ ਵਿੱਚੋਂ ਸਾਨੂੰ ਉਹ ਉੱਤਮ ਪੰਥ ਪ੍ਰਾਪਤ ਹੁੰਦਾ ਹੈ, ਭਾਵ ਕਿ ਸਾਨੂੰ ਉਹ ਰਸਤਾ ਮਿਲਦਾ ਹੈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਉਹ ਸੰਗਤ ਵਿੱਚ ਉਸ ਉੱਤਮ ਪੰਥ ਨੂੰ ਪ੍ਰਾਪਤ ਕਰਕੇ ਤੇ ਉਸ ਉੱਤਮ ਪੰਥ ਦੇ ਉੱਪਰ ਚੱਲਦਿਆਂ ਸਾਡੀ ਹਮੇਸ਼ਾ ਦੇ ਲਈ ਜਮਾਂ ਦੀ ਕਾਣ ਮਿਟ ਜਾਂਦੀ ਹੈ। ਤਹਿ ਮਿਲੰਤ ਜਮ ਤਰਾਸ ਮਿਟਾਈ। ਇਸ ਕਰਕੇ ਹਰ ਇੱਕ ਸਿੱਖ ਇਹ ਬੇਨਤੀ ਕਰਦਾ ਹੈ ਕਿ ਪਾਤਸ਼ਾਹ ਮੈਨੂੰ ਵੀ ਐਸੀ ਸੰਗਤ ਬਖਸ਼ਿਸ਼ ਕਰੋ। ਉਹ ਅਰਦਾਸ ਕਰਦਾ ਹੈ, ਇੱਕ ਅਰਦਾਸ ਭੱਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ।
ਗੁਰੂ ਰਾਮਦਾਸ ਦੀ ਸ਼ਰਨ ਦੇ ਵਿੱਚ ਜਦੋਂ ਭੱਟ ਜਨ ਆਏ ਤਾਂ ਉਹਨਾਂ ਨੇ ਇਹੀ ਬੇਨਤੀ ਕੀਤੀ, ਕਿਉਂਕਿ ਗੁਰੂ ਰਾਮਦਾਸ ਜੀ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਉਹ ਬਹੁਤ ਹੀ ਅਨੇਕ ਸੰਤਾਂ ਸਾਧੂਆਂ ਦੀ ਸ਼ਰਨ ਦੇ ਵਿੱਚ ਗਏ ਸੀ। ਉਹਨਾਂ ਨੇ ਬਹੁਤ ਖੋਜ ਕੀਤੀ, ਜਿਸ ਨੇ ਉਹਨਾਂ ਨੇ ਆਪ ਬਚਨ ਦੱਸੇ ਜੋ ਗੁਰਬਾਣੀ ਦੇ ਵਿੱਚ ਦਰਜ ਨੇ। ਜਿਸ ਤਰ੍ਹਾਂ ਹੁਣ ਆਪਣੇ ਵਿੱਚੋਂ ਵੀ ਬਹੁਤ ਸਾਰੇ ਜੀਵ ਥਾਂ ਥਾਂ ਤੇ ਜਾਂਦੇ ਨੇ, ਕੋਈ ਨਾ ਕੋਈ ਜੀਵ ਕਿਤੇ ਨਾ ਕਿਤੇ ਸੰਗਤ ਜ਼ਰੂਰ ਕਰ ਰਿਹਾ ਹੈ, ਕਿਤੇ ਨਾ ਕਿਤੇ। ਅੱਜ ਵੀ ਆਪਣੇ ਵਿੱਚੋਂ ਵੀ ਅਸੀਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਥਾਂ ਤੇ ਜੁੜੇ ਜ਼ਰੂਰ ਹੋਏ ਹਾਂ, ਚਾਹੇ ਉਹ ਕਿਸੇ ਵਰਨ ਦਾ ਹੈ, ਚਾਹੇ ਉਹ ਕਿਸੇ ਧਰਮ ਦਾ ਹੈ, ਚਾਹੇ ਉਹ ਕਿਸੇ ਹੋਰ ਆਪਣੇ ਆਪ ਨੂੰ ਮਹਿਸੂਸ ਕਰਦਾ ਜਾਂ ਸਮਝਦਾ ਹੈ। ਇਸੇ ਤਰ੍ਹਾਂ ਉਹ ਭੱਟ ਜਨ ਵੀ ਗੁਰੂ ਰਾਮਦਾਸ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਉਹ ਆਪ ਦੱਸ ਰਹੇ ਨੇ, ਕਹਿੰਦੇ ਨੇ, ਰਹਿਓ ਸੰਤ ਹੋਂ ਢੋਲ ਸਾਧ ਬਹੁ ਤੇਰੇ ਡਿਠੇ। ਵੀ ਬੜੀ ਖੋਜ ਕਰਦੇ ਰਹੇ ਅਸੀਂ, ਖੋਜਦੇ ਵੀ ਰਹੇ, ਖੋਜੇ ਵੀ, ਬੜੇ ਲੱਭੇ ਵੀ। ਸੰਨਿਆਸੀ ਤਪਸੀਏ ਮੁਖੋਂ ਇਹ ਪੰਡਤ ਮਿੱਠੇ। ਬੜੀਆਂ ਗਿਆਨ ਦੀਆਂ ਗੱਲਾਂ ਕਰਨ ਵਾਲੇ, ਬੜੀਆਂ ਮਿੱਠੀਆਂ ਤੇ ਪਿਆਰੀਆਂ ਗੱਲਾਂ ਕਰਨ ਵਾਲੇ, ਮਨ ਨੂੰ ਮੋਹਣ ਵਾਲੇ ਬੜਿਆਂ ਦੇ ਨਾਲ ਮਿਲੇ। ਉਹਨਾਂ ਕੋਲ ਬੈਠੇ ਵੀ, ਇਹ ਨਹੀਂ ਵੀ 1 ਮਿੰਟ ਬੈਠੇ, 10 ਮਿੰਟ ਬੈਠੇ, ਬੜਾ ਬੜਾ ਲੰਮਾ ਸਮਾਂ। ਬਰਸ ਏ ਕਹੋਂ ਫਿਰਿਓ ਕਿਨੇ ਨਾ ਪਰਚੋ ਲਾਇਓ, ਕਹਿਤੀ ਹੋ ਕਹਿਤ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਬੜੀਆਂ ਮਿੱਠੀਆਂ ਗੱਲਾਂ ਕਰਦੇ, ਬੜੀਆਂ ਅੱਛੀਆਂ ਗੱਲਾਂ ਕਰਦੇ, ਬੜੀਆਂ ਗਿਆਨ ਦੀਆਂ ਗੱਲਾਂ ਕਰਦੇ, ਪਰ ਜੋ ਉਹਨਾਂ ਦੇ ਵਿੱਚ ਵਿਚਰ ਕੇ ਦੇਖਿਆ, ਉਹਨਾਂ ਦੇ ਨਾਲ ਰਹਿ ਕੇ ਦੇਖਿਆ, ਤੇ ਉਹਨਾਂ ਦੀ ਕਹਿਣੀ ਔਰ ਕਰਨੀ ਦੇ ਵਿੱਚ ਅੰਤਰ ਦੱਸਿਆ। ਉਹ ਵਿਚਰਦੇ ਜ਼ਰੂਰ, ਪਰ ਅਸਲ ਪਰਮਾਰਥ ਦਾ ਰਸਤਾ ਨਹੀਂ ਦੱਸਿਆ ਸਾਨੂੰ। ਨਾਮ ਛੋੜ ਦੂਜੇ ਲੱਗੇ, ਤਿਨਕੇ ਗੁਣ ਹੋ ਕਿਆ ਕਹੂੰ। ਕਿ ਅਸੀਂ ਜਿੱਥੇ ਜਾਂਦੇ ਰਹੇ, ਜਿਨ੍ਹਾਂ ਦੀ ਸੰਗਤ ਕਰਦੇ ਰਹੇ, ਜਿਨ੍ਹਾਂ ਕੋਲ ਮਿਲਦੇ ਰਹੇ, ਬੈਠਦੇ ਰਹੇ, ਉਹਨਾਂ ਨੇ ਨਾਮ ਦੀ ਗੱਲ ਹੀ ਨਹੀਂ ਕੀਤੀ, ਸਾਨੂੰ ਹੋਰ ਕਹਾਣੀਆਂ ਸੁਣਾਉਂਦੇ ਰਹੇ। ਜਿਸ ਤਰ੍ਹਾਂ ਅੱਜ ਵੀ ਕਈ ਦਫਾ ਅਸੀਂ ਜਾਂਦੇ ਹਾਂ, ਪਰ ਉੱਥੇ ਹੋਰ ਹੀ ਗੱਲਾਂ ਸੁਣ ਕੇ ਦੂਸਰੇ ਦੇ ਬਾਰੇ ਸੁਣ ਕੇ ਆ ਜਾਂਦੇ ਹਾਂ। ਕਿਸੇ ਦੇ ਬਾਰੇ ਚੰਗਾ ਸੁਣਦੇ ਹਾਂ ਔਰ ਕਿਸੇ ਦੇ ਬਾਰੇ ਮਾੜਾ ਸੁਣ ਕੇ ਆ ਜਾਂਦੇ ਹਾਂ। ਜੋ ਉੱਤਮ ਪੰਥ ਹੈ, ਜਿਸ ਤੋਂ ਰਸਤਾ ਸ਼ੁਰੂ ਹੋਣਾ ਹੈ, ਉਹ ਨਾਮ, ਉਹਦਾ ਸਾਨੂੰ ਭੇਦ ਨਹੀਂ ਮਿਲਦਾ। ਗਏ ਆ ਗਏ। ਸੰਗਤ ਇੱਕ ਸਕੂਲ ਹੈ, ਜਿਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਚਾਟਸਾਲ ਦਾ ਨਾਂ ਦਿੱਤਾ ਹੈ। ਤੇ ਜਿਸ ਤਰ੍ਹਾਂ ਆਪਾਂ ਬੱਚੇ ਨੂੰ ਸਕੂਲ ਦੇ ਵਿੱਚ ਸੁਬਾਹ ਤਿਆਰ ਕਰਕੇ ਭੇਜਦੇ ਹਾਂ ਔਰ ਉਹਦੇ ਤੋਂ ਕੁਝ ਨਾ ਕੁਝ ਐਕਸਪੈਕਟ ਕਰਦੇ ਹਾਂ ਕਿ ਉਹ ਸ਼ਾਮ ਨੂੰ ਜਦੋਂ ਵਾਪਸ ਆਏਗਾ ਤੇ ਅਸੀਂ ਉਹਨੂੰ ਪੁੱਛਦੇ ਕਿ ਉਸ ਕੋ ਸਿੱਖ ਕੇ ਆਇਆ ਹੋਏਗਾ, ਉਹ ਸਿੱਖੇਗਾ ਉੱਥੇ। ਤੇ ਬਤੌਰ ਆਪਾਂ ਵੀ ਪੁੱਛਦੇ ਹਾਂ ਵੀ ਅੱਜ ਸਕੂਲ ਵਿੱਚ ਕੀ ਸਿੱਖਿਆ। ਹੁਣ ਬੱਚੇ ਨੇ ਦੱਸਣਾ ਹੈ ਜੋ ਉਹਨੂੰ ਸਾਰਾ ਦਿਨ ਸਕੂਲ ਵਿੱਚ ਪੜ੍ਹਾਇਆ ਗਿਆ, ਜੋ ਉਸਨੇ ਸਿੱਖਿਆ ਲਈ। ਇਸੇ ਤਰ੍ਹਾਂ ਸੰਗਤ ਵਿੱਚ ਆ ਕੇ ਆਪਾਂ ਸਿੱਖਣਾ ਹੈ। ਹੁਣ ਜਿਹੜੇ ਜੀਵ ਸੰਗਤ ਕਰਦੇ ਨੇ, ਹਰ ਕੋਈ ਕਰ ਰਿਹਾ ਹੈ, ਪਰ ਅਸੀਂ ਸਤ ਸੰਗਤ ਦੇ ਵਿੱਚ ਆ ਕੇ ਕੀ ਸਿੱਖਿਆ ਪ੍ਰਾਪਤ ਕੀਤੀ ਹੈ, ਇਹ ਹੁਣ ਆਪਣੇ ਅੰਦਰ ਝਾਤੀ ਮਾਰਨੀ ਹੈ। ਮਹਾਰਾਜ ਸਮਝਾਉਂਦੇ ਨੇ, ਸਤ ਸੰਗਤ ਸਤਿਗੁਰ ਚਾਟ ਸਾਲ ਹੈ, ਜਿਤ ਹਰ ਗੁਣ ਸਿੱਖਾਂ। ਸੰਗਤ ਵਿੱਚ ਆ ਕੇ ਬੈਠਣਾ ਸੀ ਤੇ ਸੰਗਤ ਵਿੱਚ ਆ ਕੇ ਸਾਨੂੰ ਉਸ ਉੱਤਮ ਪੰਥ ਦਾ ਭੇਦ ਮਿਲਣਾ ਔਰ ਹਰੀ ਦੇ ਗੁਣ, ਪਰਮੇਸ਼ਰ ਦੇ ਗੁਣ ਸਾਨੂੰ ਸਿੱਖਣ ਨੂੰ ਮਿਲਣੇ। ਕਿਉਂਕਿ ਜੋ ਪਰਮੇਸ਼ਰ ਦੇ ਗੁਣ ਨੇ, ਜੇ ਉਹੋ ਹੀ ਗੁਣ ਸਾਡੇ ਅੰਦਰ ਵੀ ਹੋਣਗੇ
ਉਹ ਗੁਣ ਅਸੀਂ ਧਾਰਨ ਕਰਾਂਗੇ ਤੇ ਤਾਂ ਹੀ ਸਾਡਾ ਪਰਮਾਤਮਾ ਨਾਲ ਪਿਆਰ ਪੈ ਸਕਦਾ ਹੈ। ਤੇ ਜੇ ਪਰਮਾਤਮਾ ਦੇ ਗੁਣ ਹੋਰ ਨੇ ਤੇ ਅਸੀਂ ਉਹ ਗੁਣਾਂ ਨੂੰ ਆਪਣੇ ਅੰਦਰ ਧਾਰਨ ਨਹੀਂ ਕਰਦੇ ਤੇ ਫਿਰ ਪਰਮਾਤਮਾ ਦੇ ਵਿੱਚ ਸਮਾ ਤਾਂ ਸਕਦੇ ਨਹੀਂ। ਇਸ ਕਰਕੇ ਸਤ ਸੰਗਤ ਵਿੱਚ ਆ ਕੇ ਸਾਨੂੰ ਉਸ ਉੱਤਮ ਪੰਥ ਦੀ, ਉਸ ਹਰੀ ਦੇ ਗੁਣਾਂ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਹੁਣ ਉਹ ਗੁਰਮੁਖ ਕਹਿਣ ਲੱਗੇ, ਕਹਿੰਦੇ ਨਾਮ ਛੋੜ ਦੂਜੇ ਲੱਗੇ, ਤਿਨਕੇ ਗੁਣ ਹੋ ਕਿਆ ਕਹੂੰ। ਕਹਿੰਦੇ ਅਸੀਂ ਜਾਣਦੇ ਜ਼ਰੂਰ ਹਾਂ ਬੜੀ ਥਾਂ ਤੇ, ਪਰ ਉੱਥੇ ਨਾਮ ਦੀ ਤੇ ਗੱਲ ਨਹੀਂ ਹੁੰਦੀ। ਹੁਣ ਅਸੀਂ ਤੁਹਾਡੀ ਸ਼ਰਨ 'ਚ ਆਏ ਹਾਂ ਕਿ ਤੁਸੀਂ ਕਿਰਪਾ ਕਰੋ, ਸਾਨੂੰ ਨਾਮ ਦਾ ਭੇਦ ਦਿਓ। ਨਾਮ ਛੋੜ ਦੂਜੇ ਲੱਗੇ, ਤਿਨਕੇ ਗੁਣ ਹੋ ਕਿਆ ਕਹੂੰ। ਗੁਰਦਏ ਮਿਲਾਓ ਭਿਖਿਆ, ਜਿਵ ਤੂੰ ਰੱਖੇ ਤਿਵ ਰਹੂੰ। ਹੁਣ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਕੇ ਇਹ ਸਿੱਖ ਜੀਵ ਕਿਸੇ ਵਰਨ ਦਾ, ਕਿਸੇ ਜਾਤ ਦਾ ਉਹ ਜਦੋਂ ਬੇਨਤੀ ਕਰਦਾ ਹੈ ਤੇ ਗੁਰੂ ਸਭ ਤੋਂ ਪਹਿਲਾਂ ਉਹਦੇ ਤੇ ਬਖਸ਼ਿਸ਼ ਕਰਦਾ, ਕਿਰਪਾ ਕਰਦਾ ਹੈ। ਸਤ ਸੰਗਤ ਦਾ ਜੋ ਮੁੱਢਲਾ ਅਸੂਲ ਹੈ ਉਹ ਫਿਰ ਉਸ ਨੂੰ ਸਿਖਾਇਆ ਜਾਂਦਾ ਹੈ ਕਿ ਸਤ ਸੰਗਤ ਵਿੱਚ ਆ ਕੇ ਉਸਨੇ ਕੀ ਸਿੱਖਣਾ, ਸਤ ਸੰਗਤ ਵਿੱਚੋਂ ਫਿਰ ਕੀ ਪ੍ਰਾਪਤ ਹੁੰਦਾ ਹੈ। ਸੰਗਤ ਵਿੱਚ ਆ ਕੇ ਸਭ ਤੋਂ ਪਹਿਲਾਂ ਨਿਰੰਕਾਰ ਪਰਮਾਤਮਾ ਦੀ ਜੋ ਉਸਤਤ ਹੈ ਉਹ ਸਰਵਣ ਕਰਾਈ ਜਾਂਦੀ ਹੈ। ਪਰਮਾਤਮਾ ਦੇ ਗੁਣ ਦੱਸੇ ਜਾਂਦੇ ਨੇ, ਪਰਮਾਤਮਾ ਦੀ ਵਡਿਆਈ ਕੀਤੀ ਜਾਂਦੀ ਹੈ। ਸਤ ਸੰਗਤ ਮੈਂ ਹਰ ਉਸਤਤ ਹੈ। ਹੁਣ ਸਤ ਸੰਗਤ ਵਿੱਚ ਆ ਕੇ ਉਸ ਹਰੀ ਦੀ ਉਸਤਤ ਕਰਨੀ ਹੈ। ਉਸਤਤ ਕੀਰਤਨ ਦੇ ਰੂਪ ਦੇ ਵਿੱਚ ਵੀ ਹੁੰਦੀ ਹੈ, ਗੁਰਬਾਣੀ ਨੂੰ ਪੜ੍ਹ ਕੇ ਵੀ ਹੁੰਦੀ ਹੈ, ਔਰ ਗੁਰਬਾਣੀ ਨੂੰ ਵਿਚਾਰ ਕੇ ਵੀ ਪਰਮਾਤਮਾ ਦੀ ਉਸਤਤ ਹੋ ਰਹੀ ਹੈ। ਜਿਸ ਤਰ੍ਹਾਂ ਹੁਣ ਆਪਾਂ ਗੁਰਬਾਣੀ ਦੁਆਰਾ ਬ੍ਰਹਮ ਦੀ, ਨਿਰੰਕਾਰ ਦੀ ਵਿਚਾਰ ਕਰ ਰਹੇ ਹਾਂ, ਇਹ ਵੀ ਪਰਮਾਤਮਾ ਦੀ ਉਸਤਤ ਹੋ ਰਹੀ ਹੈ। ਤੇ ਜਦੋਂ ਅਸੀਂ ਇਸ ਉਸਤਤ ਨੂੰ ਆਪਣੇ ਸ਼ਰਵਣਾਂ ਨਾਲ ਸੁਣਦੇ ਹਾਂ ਤੇ ਅਸੀਂ ਸਤ ਸੰਗਤ ਦੇ ਵਿੱਚ ਹਾਜ਼ਰੀ ਭਰਦੇ ਹਾਂ। ਸਤ ਸੰਗਤ ਮੈਂ ਹਰ ਉਸਤਤ ਹੈ, ਸੰਗ ਸਾਧੂ ਮਿਲੇ ਪਿਆਰਿਆ। ਜਦੋਂ ਹਰੀ ਦੀ, ਨਿਰੰਕਾਰ ਦੀ, ਪਰਮਾਤਮਾ ਦੀ ਉਸਤਤ ਹੁੰਦੀ ਹੈ, ਵਡਿਆਈ ਹੁੰਦੀ ਹੈ ਕਿ ਸਾਡਾ ਸਾਰਿਆਂ ਦਾ ਮੂਲ, ਸਾਡਾ ਸਾਰਿਆਂ ਦਾ ਮਾਤਾ ਪਿਤਾ, ਸਾਡਾ ਸਾਰਿਆਂ ਦਾ ਜੋ ਨਿਰੰਕਾਰ ਹੈ ਉਹ ਹੀ ਸਾਰਿਆਂ ਦਾ ਮੂਲ ਹੈ। ਤੇ ਜੀਵ ਨੂੰ ਜਦੋਂ ਭੇਦ ਲੱਗਦਾ ਹੈ, ਸਮਝ ਲੱਗਦੀ ਹੈ, ਤੇ ਫਿਰ ਦੂਸਰਾ ਸਟੈਪ ਹੈ ਕਿ ਉਸ ਨੂੰ ਮਿਲਣ ਵਾਸਤੇ ਜੀਵਾਂ ਦੇ ਅੰਦਰ ਤੜਫ ਪੈਦਾ ਹੁੰਦੀ ਹੈ। ਕਿਉਂਕਿ ਜਦੋਂ ਗੁਰਮੁਖਾਂ ਪਾਸੋਂ, ਸੰਤਾਂ ਪਾਸੋਂ, ਜਿਹੜੇ ਬ੍ਰਹਮ ਗਿਆਨੀ ਨੇ ਉਹਨਾਂ ਪਾਸੋਂ ਨਿਰੰਕਾਰ ਦੀ ਉਸਤਤ ਸਰਵਣ ਕਰਦੇ ਹਾਂ ਤੇ ਉਹਨੂੰ ਸੁਣਦਿਆਂ ਸੁਣਦਿਆਂ ਜਗਿਆਸੂ ਦੇ ਅੰਦਰ ਚਾਅ ਪੈਦਾ ਹੁੰਦਾ ਹੈ ਵੀ ਜਿਸ ਦੀ ਉਸਤਤ ਕੀਤੀ ਜਾ ਰਹੀ ਹੈ, ਜਿਸ ਦੀ ਵਡਿਆਈ ਕਰ ਰਹੇ ਨੇ, ਅਸੀਂ ਵੀ ਉਸ ਨੂੰ ਦੇਖੀਏ, ਅਸੀਂ ਵੀ ਉਸ ਦੇ ਨਾਲ ਮਿਲਾਪ ਕਰੀਏ। ਤੇ ਜਦੋਂ ਅੰਦਰ ਤੜਫ ਪੈਦਾ ਹੁੰਦੀ ਹੈ, ਫਿਰ ਉਹ ਗੁਰਮੁਖ ਜਨ, ਉਹ ਸੰਤ ਜਨ ਉਸ ਜਗਿਆਸੂ ਨੂੰ ਨਾਮ ਦਾ ਭੇਦ ਦਿੰਦੇ ਨੇ। ਸਤ ਸੰਗਤ ਮੈਂ ਹਰ ਉਸਤਤ ਹੈ, ਸੰਗ ਸਾਧੂ ਮਿਲੇ ਪਿਆਰਿਆ। ਹਰ ਨਾਮ ਦ੍ਰਿੜਾਵੈ, ਹਰ ਨਾਮ ਸੁਣਾਵੈ, ਹਰ ਨਾਮੇ ਜਗ ਨਿਸਤਾਰਿਆ। ਸੰਗਤ ਵਿੱਚ ਉਸ ਪਰਮਾਤਮਾ ਦਾ, ਨਿਰੰਕਾਰ ਦਾ ਫਿਰ ਨਾਮ ਦ੍ਰਿੜ ਕਰਾਇਆ ਜਾਂਦਾ ਹੈ, ਨਾਮ ਦਾ ਭੇਦ ਦਿੱਤਾ ਜਾਂਦਾ ਹੈ, ਔਰ ਨਾਮ ਤੱਕ ਪਹੁੰਚਣ ਵਾਸਤੇ ਗੁਰੂ ਦੇ ਸ਼ਬਦ ਨੂੰ ਜਪਾਇਆ ਜਾਂਦਾ ਹੈ। ਇਹ ਸਤ ਸੰਗਤ ਦੇ ਵਿੱਚ ਆ ਕੇ ਸਾਨੂੰ ਪਹਿਲਾ
ਤੇ ਸਾਡਾ ਮੁੱਢਲਾ ਸਬਕ ਹੁੰਦਾ ਹੈ। ਇਸ ਨੂੰ ਫਿਰ ਪਾਤਸ਼ਾਹ ਕਹਿੰਦੇ ਨੇ, ਸਤ ਸੰਗਤ ਕੈਸੀ ਜਾਣੀਏ, ਜਿੱਥੈ ਏਕੋ ਨਾਮ ਬਖਾਣੀਏ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬਜਾਏ ਜੀਓ। ਸਤ ਸੰਗਤ ਵਿੱਚ ਆ ਕੇ ਸਾਨੂੰ ਉਸ ਏਕ ਨਾਮ ਦਾ ਭੇਦ ਬਖਸ਼ਿਸ਼ ਹੁੰਦਾ ਹੈ। ਏਕ ਨਾਮ ਦੇ ਨਾਲ ਕਿਵੇਂ ਜੁੜਨਾ ਹੈ, ਉਹ ਸਾਨੂੰ ਗਿਆਨ ਬਖਸ਼ਿਸ਼ ਹੁੰਦਾ ਹੈ। ਸਤ ਸੰਗਤ ਵਿੱਚ ਆ ਕੇ ਸਾਡੇ ਅੰਦਰ ਉਹ ਗੁਪਤ ਨਾਮ ਪ੍ਰਗਟ ਹੁੰਦਾ ਹੈ। ਇਹ ਸਤ ਸੰਗਤ ਦਾ ਮੁੱਢਲਾ ਸਬਕ, ਪਹਿਲਾ ਸਬਕ ਹੈ। ਕਿਉਂਕਿ ਸਾਡਾ ਸਾਰਿਆਂ ਦਾ ਜਿਹੜਾ ਧਿਆਨ ਹੈ, ਜੋ ਮਨ ਹੈ, ਇਹ ਉਸ ਨਾਮ ਨਾਲੋਂ ਟੁੱਟਾ ਹੋਇਆ। ਅਸੀਂ ਨਾਮ ਨੂੰ ਭੁੱਲੇ ਹੋਏ ਹਾਂ, ਸਾਨੂੰ ਨਾਮ ਦਾ ਭੇਦ ਨਹੀਂ ਹੈ। ਤੇ ਨਾਮ ਨੂੰ ਭੁੱਲ ਕੇ ਜਿਹੜਾ ਮਨ ਹੈ, ਉਹ ਸਾਡਾ ਜਮਾਂ ਦੇ ਵਸ ਵਿੱਚ ਹੈ, ਜਿੱਥੇ ਸਾਡੇ ਅੰਦਰ ਸੈਂਸੇ ਨੇ, ਚਿੰਤਾ ਹੈ, ਦੁਬਿਧਾ ਹੈ, ਈਰਖਾ ਹੈ, ਮਨ ਦੇ ਅੰਦਰ ਪਰੇਸ਼ਾਨੀਆਂ ਨੇ, ਕਲੇਸ਼ ਹੈ, ਕ੍ਰੋਧ ਹੈ, ਲੋਭ ਦੀਆਂ ਲਹਿਰਾਂ ਚੱਲਦੀਆਂ ਨੇ, ਤ੍ਰਿਸ਼ਨਾ ਤੇ ਅਗਨ ਦੀਆਂ ਲਹਿਰਾਂ ਚੱਲਦੀਆਂ ਨੇ। ਇਹ ਤਾਂ ਹੀ ਹੈ ਕਿਉਂਕਿ ਮਨ ਉਸ ਨਾਮ ਨਾਲੋਂ ਟੁੱਟਾ ਹੋਇਆ ਹੈ। ਸੰਗਤ ਵਿੱਚ ਆ ਕੇ ਸਾਨੂੰ ਉਸ ਗੁਪਤ ਨਾਮ ਦਾ ਭੇਦ ਮਿਲਦਾ ਹੈ। ਇਹ ਆਪਾਂ ਦੇਖਣਾ ਹੈ ਕਿ ਅਸੀਂ ਸਾਰੇ ਜੀਵ ਸੰਸਾਰ ਵਿੱਚ ਸਾਰਾ ਤੁਸੀਂ ਦੇਖੋਗੇ ਵੀ ਸਾਰੇ ਹੀ ਜਿਹੜੇ ਜੀਵ ਨੇ, ਉਹ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਕੁਛ ਨਾ ਕੁਛ ਸਾਧਨਾ, ਕੁਛ ਨਾ ਕੁਛ ਕਿਰਿਆ ਜਿਹੜੀ ਹੈ ਉਹ ਕਰਦੇ ਪਏ ਨੇ। ਪਰ ਨਾਮ ਦਾ ਜਿਹੜਾ ਭੇਦ ਹੈ ਉਹ ਬਹੁਤ ਘੱਟ ਜੀਵ ਨੇ। ਤੇ ਜੇ ਉਹਨਾਂ ਨੂੰ ਤੁਸੀਂ ਪੁੱਛੋ, ਉਹ ਕਹਿਣਗੇ ਅਸੀਂ ਤਾਂ ਸੰਗਤ ਕਰਦੇ ਹਾਂ। ਕੋਈ ਫਲਾਨੀ ਥਾਂ ਤੇ, ਕੋਈ ਕਿਤੇ ਸੰਗਤ ਕਰਦਾ ਹੈ, ਕੋਈ ਕਿਤੇ ਸੰਗਤ ਕਰਦਾ ਹੈ। ਪਰ ਜੇ ਉਹਨਾਂ ਨੂੰ ਪੁੱਛ ਲਓ ਵੀ ਸੰਗਤ ਵਿੱਚੋਂ ਤਾਂ ਨਾਮ ਦਾ ਭੇਦ ਮਿਲਦਾ ਹੈ, ਨਾਮ ਦੇ ਬਾਰੇ ਕੋਈ ਸਾਨੂੰ ਦੱਸੋ, ਤੇ ਹਰ ਇੱਕ ਦੇ ਆਪੋ ਆਪਣੇ ਵੱਖਰੇ ਵੱਖਰੇ ਵਿਚਾਰ ਹੁੰਦੇ ਨੇ। ਜ਼ਿਆਦਾਤਰ ਜਿਹੜੇ ਜੀਵ ਨੇ ਉਹ ਨਾਮ ਨੂੰ ਅੱਖਰਾਂ ਦੇ ਵਿੱਚ ਲੈ ਕੇ ਜਾਂਦੇ ਨੇ, ਬਾਰੀ ਅੱਖਰਾਂ ਦੇ ਵਿੱਚ। ਹੁਣ ਅੱਖਰਾਂ ਦੇ ਵਿੱਚ ਤਾਂ ਪਾਤਸ਼ਾਹ ਕਹਿੰਦੇ ਨੇ ਅਸੰਖਾਂ ਹੀ ਪ੍ਰਮਾਤਮਾ ਦੇ ਨਾਮ ਨੇ, ਪਰ ਜਿਹੜਾ ਨਾਮ ਸਤ ਸੰਗਤ ਵਿੱਚ ਆ ਕੇ ਤੁਹਾਨੂੰ ਪ੍ਰਾਪਤ ਹੋਣਾ ਹੈ, ਉਹ ਅੱਖਰਾਂ ਦੇ ਵਿੱਚ ਨਹੀਂ ਆਉਂਦਾ। ਅਸੰਖਾ ਨਾਮ ਨੇ ਅੱਖਰਾਂ ਦੇ ਵਿੱਚ ਰੱਖੇ ਹੋਏ। ਅਸੰਖ ਨਾਮ, ਆਸੰਖ ਥਾਮ, ਆਗਮ ਆਗਮ ਅਸੰਖ ਲੋ, ਅਸੰਖ ਕਹੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਲਾਹਾ, ਅਖਰੀ ਗਿਆਨ ਗੀਤ ਗੁਣ ਗਾਹਾ। ਹੁਣ ਅਸੰਖਾਂ ਹੀ ਨਾਮ ਨੇ ਪਰਮਾਤਮਾ ਦੇ ਰੱਖੇ ਹੋਏ, ਪਰ ਉਹ ਜੋ ਨਾਮ ਹੈ, ਜਿਸ ਸਤ ਸੰਗਤ ਵਿੱਚ ਆ ਕੇ ਆਪਾਂ ਨੂੰ ਬਖਸ਼ਿਸ਼ ਹੋਣਾ ਹੈ, ਜਿਸ ਦਾ ਭੇਦ ਮਿਲਣਾ ਹੈ, ਉਹ ਨਾਮ ਅੱਖਰਾਂ ਤੋਂ ਬਾਹਰ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਕਿਹੜਾ ਨਾਮ ਹੈ, ਉਹ ਕੈਸੀ ਸੰਗਤ ਵਿੱਚੋਂ ਸਾਨੂੰ ਪ੍ਰਾਪਤ ਹੁੰਦਾ ਹੈ। ਉਸ ਨੂੰ ਸੱਚੀ ਸੰਗਤ ਦਾ ਨਾਮ ਦਿੱਤਾ ਹੋਇਆ ਹੈ। ਉਹ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਜਦੋਂ ਆਪਾਂ ਬੈਠਦੇ ਹਾਂ, ਤੇ ਇੱਥੇ ਸਤਿਗੁਰੂ ਦੀ ਬਾਣੀ ਦੇ ਦੁਆਰਾ ਸਾਨੂੰ ਉਸ ਨਾਮ ਦਾ ਭੇਦ ਮਿਲਦਾ ਹੈ। ਪਾਤਸ਼ਾਹ ਦੇ ਬਚਨ ਨੇ, ਗੁਰਬਾਣੀ ਵਰਤੀ ਇਸ ਜਗ ਅੰਤਰ, ਇਸ ਬਾਣੀ ਤੇ ਹਰ ਨਾਮ ਪਾਇੰਦਾ। ਹੁਣ ਬਹੁਤ ਸਾਰੇ ਜੀਵ ਵਿਚਰ ਰਹੇ ਨੇ, ਥਾਂ ਥਾਂ ਤੇ ਜਾ ਰਹੇ ਨੇ, ਪਰ ਉਹਨਾਂ ਨੂੰ ਨਾਮ ਦਾ ਨਹੀਂ ਪਤਾ। ਕੋਈ ਜਾ ਕੇ ਕਿਤੇ ਦਾਨ ਕਰ ਰਿਹਾ ਹੈ, ਕੋਈ ਜਾ ਕੇ ਕਿਤੇ ਜਗ ਕਰਦਾ ਹੈ, ਕੋਈ ਜਾ ਕੇ ਕਿਤੇ ਪੂਜਾ ਕਰਦਾ ਹੈ। ਹੁਣ ਜਿਸ ਨਾਮ ਦੇ ਨਾਲ ਇੱਥੋਂ ਨਿਕਲਿਆ ਜਾ ਸਕਦਾ ਹੈ, ਛੁੱਟਿਆ ਜਾ ਸਕਦਾ ਹੈ,
ਨਾਮ ਦੇ ਵਿੱਚ ਸਮਾ ਕੇ ਜੀਵਨ ਮੁਕਤ ਹੋ ਸਕਦੇ ਹਾਂ, ਉਸ ਨਾਮ ਦਾ ਭੇਦ ਨਹੀਂ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ, ਜੇ ਨਾਮ ਦਾ ਭੇਦ ਨਹੀਂ ਤੇ ਉਹ ਕਿਰਿਆ ਬਾਹਰ ਮੁਖੀ ਹੋ ਰਹੀ ਹੈ। ਜੀਵ ਜਾ ਰਿਹਾ ਹੈ, ਆ ਰਿਹਾ ਹੈ, ਪਰ ਉਸ ਨੂੰ ਨਾਮ ਦਾ ਤੇ ਭੇਦ ਨਹੀਂ ਮਿਲਦਾ ਪਿਆ। ਜਿਸ ਤਰ੍ਹਾਂ ਇੱਕ ਬੱਚਾ ਸਕੂਲ ਜਾ ਰਿਹਾ ਹੈ, ਆ ਰਿਹਾ ਹੈ, ਉਹ ਸਿਰਫ ਹਾਜ਼ਰੀ ਲਵਾਉਣ ਤੱਕ ਸੀਮਿਤ ਹੈ ਵੀ ਮੈਂ ਸਕੂਲ ਗਿਆ, ਮੇਰੀ ਹਾਜ਼ਰੀ ਲੱਗ ਗਈ ਤੇ ਪੜ੍ਹਾਈ ਤਾਂ ਮੈਂ ਕੋਈ ਕੀਤੀ ਨਹੀਂ। ਗਿਆ ਉੱਥੇ ਆਪਣਾ ਟਿਫਨ ਰੱਖਿਆ, ਖਾ ਕੇ ਖੇਡ ਕੇ ਤੁਰ ਫਿਰ ਕੇ ਵਾਪਸ ਆ ਗਿਆ। ਇਸੇ ਤਰ੍ਹਾਂ ਜੀਵ ਗਿਆ, ਉੱਥੇ ਖਾਣਾ ਖਾਧਾ, ਇਧਰ ਉਧਰ ਦੇਖਿਆ ਤੇ ਵਾਪਸ ਆ ਗਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਸਮਝਾਉਂਦੇ ਨੇ, ਸਤਿਯੁਗ ਸਤੀ, ਤ੍ਰੇਤਾ ਜਗੀ, ਦੁਆਪਰ ਪੂਜਾ ਚਾਰ, तीनों युग तीनों दृढ़, कल केवल नाम आधार। ਕਹਿੰਦੇ ਵੀ ਨਾਮ ਹੀ ਆਧਾਰ ਬਣਨਾ ਤੁਹਾਡੇ ਜੀਵਨ ਦਾ, ਤੇ ਨਾਮ ਦਾ ਤੁਸੀਂ ਭੇਦ ਨਹੀਂ ਲਿਆ। ਪਾਰ ਕੈਸੇ ਪਾਏ ਬੋਰੇ। ਹੁਣ ਜਿਸ ਤਰ੍ਹਾਂ ਬੱਚਾ ਸਕੂਲ ਜਾਵੇ ਤੇ ਉਹ ਪੜ੍ਹਾਈ ਨਾ ਕਰੇ, ਸਟੱਡੀ ਨਾ ਕਰੇ, ਤੇ ਉਹਨੂੰ ਮਾਤਾ ਪਿਤਾ ਸਮਝਾਉਣਗੇ, ਦੂਜੇ ਵੀ ਕਹਿਣਗੇ ਵੀ ਤੂੰ ਜਿੰਨਾ ਚਿਰ ਪੜ੍ਹਦਾ ਨਹੀਂ ਤੇ ਕਿੱਦਾਂ ਅੱਗੇ ਚੱਲੇਗਾ, ਸਮਾਜ ਦੀ ਸੇਵਾ ਕਿਵੇਂ ਕਰ ਸਕਦਾ। ਤੇ ਸਕੂਲ ਤਾਂ ਆ ਰਹੇ ਹਾਂ, ਜਾ ਰਹੇ ਹਾਂ, ਪਰ ਪੜ੍ਹਾਈ ਨਹੀਂ ਕਰਦਾ ਪਿਆ। ਅੱਗੇ ਫਿਰ ਤੂੰ ਜਾ ਕੇ ਜੋ ਕੰਪੀਟੀਟਿਵ ਐਗਜ਼ਾਮਸ ਹੋਣਗੇ, ਉਹਨਾਂ ਦੇ ਵਿੱਚ ਕਿਵੇਂ ਪਾਸ ਹੋਵੇਗਾ, ਜੋ ਤੂੰ ਗਿਆਨ ਹੀ ਨਹੀਂ ਲਿਆ, ਪੜ੍ਹਾਈ ਨਹੀਂ ਕੀਤੀ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇਖਦੇ ਕਿ ਜਿਹੜੀਆਂ ਸੁਰਤੀਆਂ ਚੱਲ ਰਹੀਆਂ ਨੇ ਸਾਡੀਆਂ, ਕਹਿੰਦੇ ਇਹ ਤਾਂ ਤੁਸੀਂ ਕਿਰਿਆ ਕਰੀ ਜਾ ਰਹੇ ਹੋ। ਇਹ ਕਿਰਿਆ ਅੱਜ ਤੋਂ ਨਹੀਂ, ਇਹ ਤਾਂ ਪਹਿਲੇ ਯੁੱਗਾਂ ਤੋਂ ਚੱਲਦੀ ਆ ਰਹੀ ਹੈ। ਸਤਿਯੁਗ ਸਤੀ, ਤ੍ਰੇਤਾ ਜਗੀ, ਦੁਆਪਰ ਪੂਜਾ ਚਾਰ, तीनों युग तीनों दड़े, कल केवल नाम आधार। पार कैसे पाए वो रे, पार किमें होवोगे। मोको को ना कहे समझाए, जाते आवागमन बुलाए। आंदे जिसो आवागमन छुटना है, पार होना है, भवसागर ਨੂੰ पार करके अपने देश अपने घर जाना है, उस नाम ਦਾ ਤੇ ਭੇਦ ਕਿਤੇ ਵੀ ਨਹੀਂ ਮਿਲ ਰਿਹਾ। ਭਾਵੇਂ ਬਹੁ ਗਿਣਤੀ ਜੀਵ ਇਕੱਠੇ ਹੋ ਰਹੇ ਨੇ, ਬਹੁਵਿਧ ਧਰਮ ਨਿਰੂਪੀਏ, ਕਰਤਾ ਦੀਸੇ ਸਭ ਲੋਏ। ਸਾਰੇ ਬਾਹਰਲੀ ਕਿਰਿਆ ਕਰਦੇ ਨਜ਼ਰ ਆ ਰਹੇ ਨੇ ਧਰਮ ਦੀ। ਕਿਹੇ ਕਰਮ ਤੇ ਛੁੱਟੀਏ, ਜੇ ਸਾਧੇ ਸਿੱਧ ਹੋਏ। ਪਰ ਇਥੋਂ ਛੁੱਟਿਆ ਕਿਵੇਂ ਜਾਣਾ ਹੈ, ਨਿਕਲਿਆ ਕਿਵੇਂ ਜਾਣਾ ਹੈ, ਤੇ ਉਹਦਾ ਭੇਦ ਕਿਸੇ ਨੂੰ ਪ੍ਰਾਪਤ ਨਹੀਂ ਹੋ ਰਿਹਾ, ਉਹਦਾ ਭੇਦ ਨਹੀਂ ਮਿਲਦਾ ਪਿਆ। ਕਿਉਂਕਿ ਜੋ ਇਹ ਜੀਵ ਕਰ ਰਿਹਾ ਹੈ, ਤੇ ਜਿੱਥੇ ਜਾਣਾ ਹੈ ਉੱਥੇ ਇਹ ਤਾਂ ਪੰਜਾਂ ਤੱਤਾਂ ਦੇ ਨਾਲ ਜਾਣੀ ਨਹੀਂ ਹੈ। ਜਿਸ ਨਾਮ ਦੇ ਵਿੱਚ ਸਮਾ ਕੇ ਜਾਣਾ, ਉਸ ਦਾ ਭੇਦ ਨਹੀਂ ਲਿਆ। ਤੇ ਕਿੰਨਾ ਲੰਮਾ ਸਮਾਂ ਹੋ ਗਿਆ ਹੈ ਚੱਲਦਿਆਂ ਨੂੰ। ਸਤਿਯੁਗ, ਤ੍ਰੇਤਾ, ਦੁਆਪਰ, ਹੁਣ ਕਲਾ ਦਾ ਯੁੱਗ ਆ ਗਿਆ। ਕਹਿੰਦੇ ਤੁਸੀਂ ਨਾਮ ਨੂੰ ਭੁੱਲੇ ਹੋ, ਨਾਮ ਨੂੰ ਬੁੱਝਿਆ ਨਹੀਂ, ਨਾਮ ਨੂੰ ਖੋਜਿਆ ਨਹੀਂ, ਤੇ ਨਾਮ ਤੋਂ ਬਿਨਾਂ ਕੀ ਕਰੋਗੇ। ਜੋ ਵੀ ਕਰ ਰਹੇ ਹੋ ਸਭ ਬੇਅਰਥ ਹੈ। ਨਾਮ ਬਿਨਾਂ ਆਵਰ ਕਿਰਿਆ ਸਭ ਬਿਰਥੇ। ਜੇ ਨਾਮ ਨੂੰ ਨਹੀਂ ਖੋਜਿਆ ਤੇ ਹੋਰ ਜਿੰਨੀਆਂ ਵੀ ਕਿਰਿਆਵਾਂ ਨੇ ਸਾਰੀਆਂ ਬਿਰਥਾ ਨੇ। ਜਪ, ਤਪ, ਸੰਜਮ, ਕਰਮ ਕਮਾਣੇ, ਇਹ ਸਭ ਉਰਾ ਮੁਸ ਹੈ। ਇੱਥੇ ਤੁਹਾਨੂੰ ਲੁੱਟਿਆ ਜਾ ਰਿਹਾ ਹੈ, ਧੋਖਾ ਹੋ ਰਿਹਾ ਹੈ ਤੁਹਾਡੇ ਨਾਲ। ਤਾਂ ਸਮਝਣਾ ਕੁਝ ਹੋਰ ਸੀ ਤੇ ਦੱਸਿਆ ਕੁਝ ਹੋਰ ਜਾ ਰਿਹਾ ਹੈ। ਇਸ ਕਰਕੇ ਤੁਸੀਂ ਪਹਿਲਾਂ ਸੰਗਤ ਦੀ ਪਛਾਣ ਕਰੋ ਕਿ ਜਿੱਥੇ ਤੁਸੀਂ ਬੈਠਣਾ ਹੈ ਉੱਥੇ ਸੰਗਤ ਵਿੱਚੋਂ ਕੀ ਪ੍ਰਾਪਤ ਹੋਣਾ ਹੈ। ਕਿਉਂਕਿ ਜੋ ਸਤਿਗੁਰੂ ਹੈ ਤੇ ਉਹ ਤਾਂ ਸਰੋਵਰ ਹੈ, ਤੇ ਸਰੋਵਰ ਦੇ ਕਿਨਾਰੇ ਤੇ ਜਾ ਕੇ ਹੀ ਮੋਤੀ ਪ੍ਰਾਪਤ ਹੋ ਸਕਦਾ ਹੈ। ਤੇ ਜੇ ਤੁਸੀਂ ਉਸ ਕਿਨਾਰੇ ਤੇ ਜਾਓਗੇ ਨਹੀਂ ਤੇ ਐਸੀ ਥਾਂ ਤੇ ਚਲੇ ਗਏ, ਜੇ ਅੱਗੇ ਸਰੋਵਰ ਹੀ ਨਹੀਂ ਹੈ, ਅੱਗੇ ਛੱਪੜ ਹੈ, ਤੇ ਛੱਪੜ ਦੇ ਵਿੱਚ ਨਹਾਓਗੇ ਤੇ ਮੈਲ ਤਾਂ ਲੱਗੇਗੀ।
ਇਸ ਕਰਕੇ ਜਦੋਂ ਸਤ ਸੰਗਤ ਕਰਨੀ ਹੈ ਤੇ ਪਛਾਣ ਕਰਨੀ ਹੈ ਕਿ ਤੁਹਾਨੂੰ ਨਾਮ ਦਾ ਭੇਦ ਉਹ ਹੀ ਦੇ ਸਕਦਾ ਜਿਸ ਦੇ ਅੰਦਰ ਨਾਮ ਹੈ। ਤੇ ਪਾਤਸ਼ਾਹ ਬਚਨ ਕਰਦੇ ਨੇ, ਜਿਸ ਦੇ ਮੁਖ, ਜਿਹਦਾ ਮੁਖ ਆਪ ਨਾਮ ਦੇ ਨਾਲ ਜੁੜਿਆ ਹੋਇਆ, ਜਿਸ ਦੇ ਅੰਦਰ ਆਪ ਸੱਚ ਹੈ, ਜਿਸ ਨੂੰ ਪਾਤਸ਼ਾਹ ਗੁਰਬਾਣੀ ਸਮਝਾਉਂਦੇ ਨੇ, ਜਿਸ ਦੇ ਅੰਦਰ ਸੱਚ ਹੋਵੇ ਸੋ ਸੱਚਾ ਨਾਮ ਮੁਖ ਸੱਚ ਅਲਾਹੇ। ਜਿਸ ਦੇ ਵਿੱਚ ਸੱਚ ਪ੍ਰਗਟ ਹੋ ਗਿਆ ਔਰ ਉਹਦੀ ਲਿਵ ਨਾਮ ਦੇ ਨਾਲ ਜੁੜ ਗਈ ਤੇ ਔਰ ਮੁਖ ਤੋਂ ਫਿਰ ਉਹ ਨਾਮ ਦਾ ਭੇਦ ਦਿੰਦਾ ਤੇ ਸੱਚ ਦੀ ਉਸਤਤ ਕਰਦਾ ਹੈ। ਜਿਸ ਦੇ ਅੰਦਰ ਸੱਚ ਹੋਵੇ, ਸੱਚ ਦੇ ਨਾਮ ਦੇ ਨਾਲ ਜੁੜਿਆ ਹੈ ਤੇ ਮੁਖ ਤੋਂ ਉਹ ਨਾਮ ਦੁਆਰਾ ਸੱਚ ਦੀ ਉਸਤਤ ਕਰਦਾ ਹੈ। ਤੇ ਪਾਤਸ਼ਾਹ ਗੁਰਬਾਣੀ 'ਚ ਦੱਸਦੇ ਨੇ, ਉਹ ਆਪ ਛੁਟਾ ਕੁਟੰਬ ਸਿਉ ਦੇ ਹਰ ਹਰ ਨਾਮ ਸਭ ਸੇ ਸਜਾਵੇ। ਉਹ ਆਪ ਵੀ ਭਵਸਾਗਰ ਨੂੰ ਪਾਰ ਕੀਤਾ ਉਸਨੇ ਤੇ ਭਵਸਾਗਰ ਨੂੰ ਪਾਰ ਕਰਕੇ ਬੰਧਨਾਂ ਤੋਂ ਮੁਕਤ ਹੈ। ਤੇ ਜਿਹੜਾ ਵੀ ਜੀਵ ਆਉਂਦਾ ਉਸਨੂੰ ਉਪਦੇਸ਼ ਦੇ ਕੇ ਬੰਧਨਾਂ ਤੋਂ ਮੁਕਤ ਕਰਦਾ ਹੈ। ਤੇ ਜਿਹੜਾ ਆਪ ਮੁਕਤ ਹੈ ਉਹ ਹੀ ਦੂਸਰੇ ਨੂੰ ਕਰ ਸਕਦਾ ਹੈ। ਤੇ ਉਹ ਪੂਰਾ ਜਿਹੜਾ ਹੈ ਉਹ ਹੈ ਸਤਿਗੁਰੂ, ਤੀਰਥ ਪੂਰਾ ਸਤਿਗੁਰੂ। ਤੀਰਥ ਪੂਰਾ ਸਤਿਗੁਰੂ ਹੈ। ਕਲਯੁਗ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਪੂਰੇ ਸਤਿਗੁਰੂ ਦਾ ਖਿਤਾਬ ਹੈ। ਤੇ ਪਾਤਸ਼ਾਹ ਦਾ ਬਚਨ ਹੈ, ਵਾਹੋ ਵਾਹੋ ਪੂਰੇ ਗੁਰ ਕੀ ਬਾਣੀ, ਪੂਰੇ ਗੁਰ ਤੇ ਉਪਜੀ ਸੱਚ ਸਮਾਣੀ। ਜਿਸ ਦੇ ਅੰਦਰ ਸੱਚ ਹੋਵੇ ਸੋ ਸੱਚਾ ਨਾਮ ਮੁਖ ਸੱਚ ਲਾਹੇ। ਉਹ ਆਪ ਮੁਖ ਦੇ ਵਿੱਚੋਂ ਸੱਚ ਦੀ ਉਸਤਤ ਕਰਦਾ ਹੈ। ਉਹ ਆਪ ਛੁਟਾ ਕੁਟੰਬ ਸਿਉ ਦੇ ਹਰ ਹਰ ਨਾਮ ਸਭ ਸੇ ਸਜਾਵੇ। ਤੀਰਥ ਪੂਰਾ ਸਤਿਗੁਰੂ ਜੋ ਅਣ ਦਿਨ ਹਰ ਹਰ ਨਾਮ ਤੇ ਆਵੇ। ਜੇ ਅੱਗੇ ਤੀਰਥ ਹੋਵੇ ਤਾਂ ਮਲ ਲਹੇ। ਅਸੀਂ ਹੁਣ ਜਦੋਂ ਜਾਣਾ ਹੈ, ਜੇ ਅੱਗੇ ਤੀਰਥ ਹੈ, ਜੇ ਪੂਰੇ ਸਤਿਗੁਰੂ ਦੀ ਸ਼ਰਨ ਵਿੱਚ ਜਾਵਾਂਗੇ, ਜਿੱਥੋਂ ਸਾਨੂੰ ਨਾਮ ਦਾ ਭੇਦ ਮਿਲੇਗਾ, ਸੱਚ ਦੀ ਉਸਤਤ ਸਰਵਣ ਕਰਨ ਨੂੰ ਮਿਲੇਗੀ। ਜਦੋਂ ਅਸੀਂ ਸੱਚ ਦੀ ਉਸਤਤ ਕਰਾਂਗੇ ਔਰ ਨਾਮ ਦੇ ਨਾਲ ਜੁੜਾਂਗੇ, ਸਾਡੇ ਮਨ ਦੀ ਮੈਲ ਉਤਰ ਜਾਏਗੀ। ਪਾਤਸ਼ਾਹ ਕਹਿੰਦੇ ਨੇ, ਮਨ ਧਨ ਧੋਵੈ ਸ਼ਬਦ ਵਿਚਾਰੇ। ਜੇ ਅੱਗੇ ਤੀਰਥ ਹੋਵੇ ਤਾਂ ਮਲ ਲਹੇ। ਜੇ ਉੱਥੇ ਸੱਚ ਦੀ ਉਸਤਤ ਹੋ ਰਹੀ ਹੈ, ਸੱਚ ਦੀ ਉਸਤਤ ਸੁਣਦਿਆਂ ਹੀ, ਨਾਮ ਦੀ ਗੱਲ ਸੁਣਦਿਆਂ ਹੀ ਸਾਡੇ ਮਨ ਤੋਂ ਮੈਲ ਉਤਰਨੀ ਸ਼ੁਰੂ ਹੋ ਜਾਏਗੀ। ਜੋ ਆਪਣੇ ਮਨ ਦੇ ਉੱਪਰ ਵਕਾਰਾਂ ਦੀ ਮੈਲ ਲੱਗੀ ਹੁੰਦੀ ਹੈ, ਉਹ ਸਤਸਰ ਦੇ ਵਿੱਚ ਜਾਣ ਦੇ ਨਾਲ ਉਤਰ ਜਾਂਦੀ ਹੈ। ਸਾਡੇ ਮਨ ਦੀ ਅਵਸਥਾ ਬਣ ਜਾਂਦੀ ਹੈ, ਅੰਮ੍ਰਿਤ ਸਰ ਸਤਿਗੁਰ ਸਤਵਾਦੀ ਜਿਤ ਨਾਤੇ ਕਊਆ ਹੰਸ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੀ ਸ਼ਰਨ ਵਿੱਚ ਜਾ ਕੇ ਤੇ ਗੁਰਬਾਣੀ ਦੁਆਰਾ ਬ੍ਰਹਮ ਦੀ ਉਸਤਤ ਸਰਵਣ ਕਰਦੇ ਹੋਇਆਂ ਸਾਡਾ ਮਨ ਜਿਹੜਾ ਹੈ ਧੋਤਾ ਜਾਂਦਾ ਹੈ। ਮਨ ਤਨ ਧੋਵੈ ਸ਼ਬਦ ਵਿਚਾਰੇ। ਤੇ ਪਾਤਸ਼ਾਹ ਕਹਿੰਦੇ ਨੇ, ਜੇ ਤੀਰਥ ਹੋਵੇ ਤਾਂ, ਜੇ ਅੱਗੇ ਤੀਰਥ ਹੋਵੇ ਤਾਂ ਮਲ ਲਹੇ। ਛੱਪੜ ਨਹਾਤੇ ਸਗਵੀ ਮਲ ਲਾਏ। ਤੇ ਜੇ ਅੱਗੇ ਤੁਸੀਂ ਚਲੇ ਗਏ ਤੇ ਅੱਗੇ ਛੱਪੜ ਬਣਿਆ ਬੈਠਾ ਹੈ ਕਿ ਉੱਥੇ ਵਿਚਾਰ ਉਸਤਤ ਹੋ ਨਹੀਂ ਰਹੀ ਨਿਰੰਕਾਰ ਦੀ, ਉੱਥੇ ਨਾਮ ਦੀ ਵਡਿਆਈ ਹੋ ਨਹੀਂ ਰਹੀ, ਤੇ ਉੱਥੇ ਗੱਲਾਂ ਚੱਲਦੀਆਂ ਨੇ ਤ੍ਰੈ ਗੁਣਾਂ ਦੀਆਂ। ਤ੍ਰੈ ਗੁਣਾਂ ਦੀਆਂ ਭਾਵ ਕਿ ਜਿਸ ਤਰ੍ਹਾਂ ਉੱਥੇ ਬਚਨ ਚੱਲਦੇ ਨੇ ਦੁਬਦਾ ਦੇ। ਇੱਕ ਜਣਾ ਬੈਠਾ ਹੋਇਆ ਤਾਂ ਸੁਣਾ ਰਿਹਾ ਹੈ, ਉਹਦੇ ਅੱਗੇ 1000 ਬੰਦਾ ਬੈਠਾ ਸੁਣ ਰਿਹਾ ਹੈ। ਤੋ ਸੁਣਾ ਰਿਹਾ ਹੈ, ਜੀ ਫਲਾਨਾ ਜੀ ਬੜਾ ਮਾੜਾ ਹੈ। ਉਹਨੇ ਨਿੰਦਿਆ ਸ਼ੁਰੂ ਕਰ ਦਿੱਤੀ, ਈਰਖਾ ਸ਼ੁਰੂ ਕਰ ਦਿੱਤੀ, ਆਪਾ ਜਣਾਉਣਾ ਸ਼ੁਰੂ ਕਰ ਦਿੱਤਾ। ਨਾ ਨਾਮ ਦੀ ਵਡਿਆਈ ਕੀਤੀ, ਨਾ ਪਰਮਾਤਮਾ ਦੀ। ਪਰਮਾਤਮਾ ਨੂੰ ਮੂਲ ਤੋਂ ਹੀ ਰੱਦ ਕਰ ਦਿੱਤਾ ਵੀ ਕੋਈ ਵੀ ਪਰਮਾਤਮਾ ਨਹੀਂ ਹੁੰਦਾ, ਤੇ ਨਾ ਹੀ ਉਹਨੇ ਕਿਹਾ ਵੀ ਕੋਈ ਨਾਮ ਹੀ ਹੁੰਦਾ ਹੈ, ਵੀ ਨਾ ਉਹਨੇ ਕਿਹਾ ਨਾਮ ਜਪਣ ਦੀ ਲੋੜ ਵੀ ਕੋਈ ਨਹੀਂ ਹੈ। ਤੇ ਜਿਸ ਤਰ੍ਹਾਂ ਬਹੁਤ ਸਾਰੇ ਜੀਵ ਜਾਂਦੇ ਨੇ, ਉਹ ਦੇਖਦੇ ਨੇ ਵੀ ਬੜਾ ਇਕੱਠ ਹੈ, ਬੜੀ ਸੰਗਤ ਹੈ, ਤੇ ਜਿਹੜਾ ਉੱਥੇ ਬੋਲ ਰਿਹਾ ਹੈ ਉਹ ਕਹਿ ਰਿਹਾ ਵੀ ਨਾਮ ਦੀ ਤਾਂ ਗੱਲ ਹੀ ਨਹੀਂ ਕੋਈ ਕਰਦਾ ਪਿਆ, ਨਾਮ ਦਾ ਭੇਦ ਨਹੀਂ ਪ੍ਰਾਪਤ ਹੋ ਰਿਹਾ ਉਹਨਾਂ ਨੂੰ, ਨਾਮ ਜਪਿਆ ਨਹੀਂ ਜਾ ਰਿਹਾ, ਔਰ ਪਾਰ ਬ੍ਰਹਮ ਦੀ ਉਸਤਤ ਨਹੀਂ ਹੋ ਰਹੀ, ਨਿਰਾਕਾਰ ਦੀ।
ਨਿਰਾਕਾਰ ਨੂੰ ਮੂਲ ਤੋਂ ਰੱਦ ਕਰ ਦਿੱਤਾ ਗਿਆ ਵੀ ਨਿਰੰਕਾਰ ਤਾਂ ਹੁੰਦਾ ਹੀ ਨਹੀਂ ਹੈ, ਪਰਮਾਤਮਾ ਨਹੀਂ ਹੁੰਦਾ, ਜੋ ਕੁਝ ਹੈ ਸਾਰਾ ਦ੍ਰਿਸ਼ਟਮਾਨ ਹੀ ਹੈ। ਹੁਣ ਐਸਾ ਜਿਹੜਾ ਭਰਮ ਪਾ ਦਿੱਤਾ ਉਸ ਨੂੰ ਗੁਰਬਾਣੀ 'ਚ ਕਹਿ ਦਿੱਤਾ ਛੱਪੜ। ਤੇ ਉਹ ਜੀਵ ਗਏ, ਉਥੋਂ ਗੱਲਾਂ ਸੁਣ ਕੇ ਆ ਗਏ ਤੇ ਮਨ ਦੇ ਉੱਪਰ ਹੋਰ ਮੈਲ ਚੜ ਗਈ। ਛੱਪੜ ਨਾਤੇ ਸਗਵੀ ਮਲ ਲਾਏ। ਇਸ ਕਰਕੇ ਧਿਆਨ ਰੱਖਣਾ ਹੈ ਵੀ ਕਿਤੇ ਅਸੀਂ ਅਗਿਆਨਤਾ ਦੇ ਵਿੱਚ ਛੱਪੜ ਦੇ ਵਿੱਚ ਤਾਂ ਨਹੀਂ ਜਾ ਵੜੇ। ਕਿਤੇ ਛੱਪੜ ਦੇ ਵਿੱਚ ਜਾਵਾਂਗੇ, ਛੱਪੜ ਦੇ ਕਿਨਾਰੇ ਦੇ ਉੱਪਰ ਬੰਗਲੇ ਜ਼ਿਆਦਾ ਵਸਦੇ ਨੇ ਤੇ ਬੰਗਲੇ ਦੀ ਖੁਰਾਕ ਹੁੰਦੀ ਹੈ ਡੱਡੀ ਮੱਛੀ, ਤੇ ਬੰਗਲਾ ਆਪ ਵੀ ਡੱਡੀ ਖਾਂਦਾ ਹੈ ਤੇ ਬਾਹਰ ਕੱਢ ਕੇ ਵੀ ਛੁੱਟਦਾ ਹੈ। ਤੇ ਜੇ ਅਸੀਂ ਸਰੋਵਰ ਦੇ ਕਿਨਾਰੇ ਤੇ ਚਲੇ ਜਾਾਂਗੇ, ਸਰੋਵਰ ਤੇ ਵਸਦਾ ਹੈ ਹੰਸ, ਤੇ ਹੰਸ ਦੀ ਜਿਹੜੀ ਖੁਰਾਕ ਹੈ ਉਹ ਮੋਤੀ ਹੈ। ਉਹਨੇ ਆਪ ਵੀ ਖਾਣਾ ਹੈ, ਬਾਹਰ ਵੀ ਕੱਢ ਕੇ ਛੁੱਟਣਾ ਹੁੰਦਾ। ਹੁਣ ਹੰਸਾਂ ਦਾ ਤੇ ਬਗਿਆਂ ਦਾ ਖਾਣਾ ਵੱਖਰਾ ਵੱਖਰਾ ਹੈ। ਇਸ ਕਰਕੇ ਹੰਸਾਂ ਦਾ ਤੇ ਬਗਲਿਆਂ ਦਾ ਜੋੜ ਨਹੀਂ ਹੁੰਦਾ। ਹੰਸ ਸਭਾ ਵਿਚਾਰ ਕਰ ਦੇਖਣ, ਬੱਗਾਂ ਨਾਲ ਜੋੜ ਕਦੇ ਨਾ ਆਵੇ। ਹੰਸਾ ਹੀਰਾ ਮੋਤੀ ਚੁਗਣਾ, ਬੱਗ ਡੱਡਾ ਭਾਲਣ ਜਾਵੇ। ਹੁਣ ਹੰਸ ਦੀ ਖੁਰਾਕ ਮਾਣਕ ਹੈ, ਮੋਤੀ ਹੈ। ਇਸੇ ਤਰ੍ਹਾਂ ਜਿਹੜੇ ਗੁਰਮੁਖ ਜਾਣੇ ਪੂਰੇ ਸਤਿਗੁਰ ਦੀ ਸ਼ਰਨ ਵਿੱਚ ਆਉਂਦੇ ਨੇ, ਉਹ ਨਾਮ ਦੇ ਖੋਜੀ ਹੁੰਦੇ ਨੇ। ਉਹਨਾਂ ਨੇ ਆਪਣਾ ਜਨਮਨ ਖੰਡਨ ਕਰਨਾ ਹੁੰਦਾ ਹੈ। ਇਸ ਕਰਕੇ ਉਹ ਸਤਿਗੁਰ ਦੀ ਸ਼ਰਨ ਵਿੱਚ ਬੈਠ ਕੇ ਨਾਮ ਦੀ ਖੋਜ ਕਰਦੇ ਨੇ। ਜਦੋਂ ਨਾਮ ਦੀ ਖੋਜ ਹੁੰਦੀ ਹੈ, ਉਸ ਨੂੰ ਸਤ ਸੰਗਤ ਕਹਿ ਦਿੱਤਾ ਹੈ। ਤੇ ਪਾਤਸ਼ਾਹ ਕਹਿੰਦੇ ਨੇ ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹਿ ਦੂਰੈ। ਸਰਵਰ ਮੈਂ ਹੰਸ ਪ੍ਰਾਣ, ਅੰਮ੍ਰਿਤ ਸੰਤ ਚੁਗੈ ਨਹਿ ਦੂਰੈ। ਹਰ ਰਸ ਚੋਗ ਚੁਗੈ ਪ੍ਰਭ ਪਾਵੈ। ਸਰਵਰ ਮੈਂ ਹੰਸ ਪ੍ਰਾਣਪਤ ਪਾਵੇ। ਉਹ ਫਿਰ ਸਤਿਗੁਰੂ ਦੀ ਸ਼ਰਨ ਦੇ ਵਿੱਚ ਬੈਠ ਕੇ ਨਾਮ ਦੀ ਖੋਜ ਕਰਦੇ ਨੇ, ਨਾਮ ਨੂੰ ਪ੍ਰਾਪਤ ਕਰਦੇ ਨੇ ਔਰ ਦੂਸਰੇ ਨੂੰ ਵੀ ਭੇਜ ਦਿੰਦੇ ਨੇ। ਉਸ ਅਵਸਥਾ ਦੇ ਵਿੱਚ ਆਪ ਵੀ ਮੁਕਤ ਹੁੰਦੇ ਨੇ ਤੇ ਦੂਜੇ ਨੂੰ ਵੀ ਮੁਕਤ ਕਰਦੇ ਨੇ। ਦੂਸਰੇ ਪਾਸੇ ਮਾਰੇ ਕਹਿੰਦੇ ਨੇ ਜਿਹੜਾ ਬਗਲਾ ਹੈ ਉਹਨੂੰ ਨਾਮ ਦਾ ਭੇਦ ਨਹੀਂ, ਤੇ ਉਹਦੀ ਖੁਰਾਕ ਹੀ ਡੱਡੀ ਮੱਛੀ ਹੈ। ਉਹ ਆਪ ਵੀ ਡੱਡੀ ਮੱਛੀ ਖਾਂਦਾ ਹੈ, ਉਹ ਆਪ ਹੀ ਨਿੰਦਿਆ ਚੁਗਲੀ ਕਰਦਾ ਹੈ, ਦੁਬਦਾ ਈਰਖਾ, ਤੇ ਜਿਹੜਾ ਦੂਸਰਾ ਹੈ ਉਹਦੀ ਵੀ ਮਨ ਦੀ ਉਹੋ ਜਿਹੀ ਅਵਸਥਾ ਬਣਾ ਕੇ ਤੋੜ ਦਿੰਦਾ ਹੈ। ਤੇ ਉਹਦੇ ਸੁਭਾਅ ਵੀ ਇਹੋ ਜਿਹੇ ਬਣ ਗਿਆ, ਉਹ ਵੀ ਜਿੱਥੇ ਬੈਠਦਾ ਉਹ ਵੀ ਨਿੰਦਿਆ ਚੁਗਲੀ ਦੇ ਬਚਨ ਕਰੀ ਜਾਂਦਾ ਹੈ। ਤੇ ਇਧਰ ਗੁਰਮੁਖ ਜਿੱਥੇ ਬੈਠਦੇ ਨੇ ਉਹ ਉਸਤਤ ਤੇ ਨਿੰਦਾ ਨੂੰ ਤਿਆਗ ਦਿੰਦੇ ਨੇ। ਹੁਣ ਸੰਗਤ ਦਾ ਕਿੰਨਾ ਫਰਕ ਹੁੰਦਾ। ਇੱਕ ਪਾਸੇ ਗੁਰਮੁਖਾਂ ਦੀ ਸੰਗਤ ਉਸਤਤ ਨਿੰਦਾ ਦੋ ਤਿਆਗੇ, ਖੋਜੇ ਪਦ ਨਿਰਵਾਣਾ, ਨਿਰਵਾਣ ਪਦ ਦੀ ਖੋਜ ਤੇ ਚੱਲ ਪੈਂਦੇ ਨੇ, ਚੌਥੇ ਪਦ ਦੀ ਖੋਜ ਚੱਲ ਪੈਂਦੇ ਨੇ। ਤੇ ਇਗਨਾਂ ਨੇ ਬਗਲੇ ਸੰਗਤ ਕਰ ਲਈ, ਸੰਗਤ ਉਹਨਾਂ ਵੀ ਕੀਤੀ, ਤੇ ਉਹਨਾਂ ਨੇ ਸੁਣ ਵੀ ਫਲਾਨਾ ਜੀ ਬੜਾ ਮਾੜਾ ਹੈ, ਨਿੰਦਾ ਚੁਗਲੀ ਸੁਣ, ਤੇ ਉਹਨਾਂ ਨੇ ਉਹੀ ਖਾਣਾ ਸ਼ੁਰੂ ਕਰ ਦਿੱਤਾ, ਉਹੀ ਵੰਡਣਾ ਸ਼ੁਰੂ ਕਰ ਦਿੱਤਾ। ਉਹ ਜਿੱਥੇ ਵੀ ਬੈਠਦੇ ਨੇ ਉਹੋ ਜਿਹੀ ਭਾਸ਼ਾ ਬੋਲਦੇ ਨੇ, ਉਹੋ ਜਿਹਾ ਹੀ ਉਹਨਾਂ ਦਾ ਖਾਣਾ ਹੋ ਜਾਂਦਾ। ਉਹ ਕਹਿਣਗੇ ਨਾਮ ਜਪਣ ਦੀ ਲੋੜ ਨਹੀਂ, ਕੋਈ ਪਰਮਾਤਮਾ ਨੂੰ ਮਿਲਿਆ ਨਹੀਂ ਜਾ ਸਕਦਾ, ਪਰਮਾਤਮਾ ਨੂੰ ਮਿਲਣ ਦੀ ਲੋੜ ਹੀ ਨਹੀਂ ਹੈ ਕੋਈ, ਸਾਰਾ ਕੁਝ ਤਾਂ ਇੱਥੇ ਹੀ ਹੈ। ਉਹ ਹੌਲੀ ਹੌਲੀ ਇੰਨਾ ਅਸਰ ਹੋਣਾ ਸ਼ੁਰੂ ਕਿ ਉਹਨਾਂ ਨੇ ਇਹ ਭਾਸ਼ਾ ਬੋਲਣੀ ਸ਼ੁਰੂ ਕਰ ਦਿੱਤੀ, ਤੇ ਜਿਨ੍ਹਾਂ ਨੂੰ ਗਿਆਨ ਹੋ ਗਿਆ ਉਹਨਾਂ ਨੇ ਉਹ ਭਾਸ਼ਾ ਬੋਲਣੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਉਸਤਤ ਦੀ ਨਿੰਦਾ ਛੱਡ ਦਿੱਤੀ ਤੇ ਉਹਨਾਂ ਤੇ ਸੰਗਤ ਦਾ ਸੱਚੀ ਦਾ ਅਸਰ ਹੋ ਗਿਆ। ਤੇ ਪਾਤਸ਼ਾਹ ਕਹਿੰਦੇ ਨੇ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਭਾਈ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣ ਆਈ। ਹੁਣ ਸੱਚੀ ਸੰਗਤ ਦਾ ਇਹ ਫਲ ਹੈ, ਉਹ ਜਿੱਥੇ ਵਿਚਰਦੇ ਨੇ ਉਹਨਾਂ ਨੂੰ ਭੇਦ ਹੈ। ਜੇ ਕੋਈ ਮਾੜਾ ਬਚਨ ਬੋਲਦਾ ਹੈ ਉਹ ਕਹਿੰਦੇ ਨੇ ਇਹਦੇ ਅੰਦਰ ਬੈਠਾ ਹੋਇਆ ਹੈ ਪਰਮਾਤਮਾ, ਤੇ ਇਹਨੂੰ ਅੰਦਰ ਬੈਠੇ ਨੂੰ ਭੁਲਾ ਦਿੱਤਾ ਹੈ, ਤੇ ਇਹਦਾ ਮਨ ਪੰਜਾਂ ਦੇ ਵੱਸ ਹੋ ਗਿਆ। ਇਹ ਸਾਨੂੰ ਮਾੜੇ ਬਚਨ ਬੋਲਦਾ ਹੈ, ਤੇ ਇਹਦੇ ਮਨ ਦੀ ਅਵਸਥਾ ਕੀ ਹੈ, ਜੇ ਕੋ ਆਕੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਵਾਰਾ ਗਵਾਰ।
ਵੀ ਇਹ ਭੁੱਲ ਚੁੱਕਾ ਹੈ। ਉਹ ਪਿਆਰ ਪ੍ਰੇਮ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ, ਉਹਦੇ ਨਾਲ ਦੁਬਦਾ ਨਹੀਂ ਕਰਦੇ। ਤੇ ਦੂਸਰਾ ਜਿਹੜਾ ਹੈ ਉਹ ਇੰਨਾ ਦੁਬਦਾ ਵਿੱਚ ਚਲਾ ਜਾਂਦਾ ਹੈ, ਇੰਨਾ ਮਨ ਉਹਦਾ ਈਰਖਾ ਦੇ ਵਿੱਚ ਭਰ ਜਾਂਦਾ ਕਿਉਂਕਿ ਉਹਦੀ ਖੁਰਾਕ ਹੀ ਹੋ ਜਾਂਦੀ ਹੈ। ਤਾਂ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਸੰਗਤ ਵਿੱਚ ਆ ਗਏ ਉਹ ਭਾਗਾਂ ਵਾਲੇ ਬਣ ਗਏ, ਸੱਚੀ ਸੰਗਤ ਮਿਲ ਗਈ। ਤੇ ਜਿਨ੍ਹਾਂ ਨੂੰ ਸੱਚੀ ਸੰਗਤ ਦੀ ਪਛਾਣ ਨਹੀਂ ਆਈ ਉਹ ਦੁਰਮਤ ਭਾਗਾਂ ਤੋਂ ਹੀਣੇ ਬਣ ਗਏ। ਤੇ ਦੋਹਾਂ ਦੇ ਵਿੱਚ ਹੁਣ ਫਰਕ ਕੀ ਹੈ, ਇਹ ਨਾਲ ਨਾਲ ਆਪਣੇ ਅੰਦਰ ਵੀ ਝਾਤੀ ਮਾਰਦੇ ਜਾਣਾ ਹੈ, ਕਿਉਂਕਿ ਆਪਾਂ ਆਪਣੇ ਆਪ ਦੀ ਪਛਾਣ ਕਰਨੀ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਦੇ ਅੰਦਰ ਸਮਝਾਉਂਦੇ ਨੇ ਫਰਕ, ਵੀ ਸਤ ਸੰਗਤ ਸੱਚੀ ਸੰਗਤ ਵਿੱਚ ਜਿਹੜਾ ਮਨ ਆ ਗਿਆ ਉਹਦੇ ਮਨ ਦੇ ਅੰਦਰ ਨਿਰਮਲਤਾ ਆ ਗਈ, ਉਹਦੇ ਮਨ ਦੇ ਅੰਦਰ ਸਹਿਜ ਆ ਗਿਆ, ਉਹਦੇ ਮਨ ਦੇ ਅੰਦਰ ਪਰਮਾਤਮਾ ਦਾ ਭਾਵ ਆ ਗਿਆ, ਪਰਮਾਤਮਾ ਨਾਲ ਪ੍ਰੇਮ ਪੈਦਾ ਹੋ ਗਿਆ। ਉਹ ਪਰਮਾਰਥ ਰਸਤੇ ਚੱਲ ਪਿਆ, ਉਹਨੇ ਪਰਾਈ ਤਾਤ ਦਾ ਤਿਆਗ ਕਰ ਦਿੱਤਾ। ਤੇ ਜਿਹਨੂੰ ਨਾਮ ਦਾ ਭੇਦ ਨਹੀਂ ਆਇਆ ਉਸ ਅਵਸਥਾ ਵਿੱਚ ਚਲ ਗਿਆ, ਉਹ ਦੁਰਮਤ ਨਾਲ ਜੁੜ ਗਿਆ। ਤੇ ਕਿੰਨਾ ਫਰਕ ਹੈ, ਦੁਰਮਤ ਭਾਗਹੀਣ ਮਤ ਫਿੱਕੇ, ਨਾਮ ਸੁਣਤ ਆਵੇ ਮਨ ਰੋਹੇ, ਕਊਆ ਕਾਗ ਕੋ ਅੰਮ੍ਰਿਤ ਰਸ ਪਾਈਏ, ਉਹ ਤ੍ਰਿਪਤੇ ਬਿਸ਼ਟਾ ਖਾਏ ਮਗੋਰੇ। ਹੁਣ ਜਿਹੜਾ ਜਿਸ ਨੇ ਬੰਗਲੇ ਦੀ ਸੰਗਤ ਕਰ ਲਈ ਉਹਨੇ ਉਹੋ ਜਿਹੀ ਪੜ੍ਹਾਈ ਕਰ ਲਈ, ਤੇ ਉਹਨੇ ਉਹੋ ਜਿਹੀ ਪੜ੍ਹਾਈ ਕਰ ਲਈ ਤੇ ਉਹ ਕਹੇਗਾ ਵੀ ਨਾਮ ਦੀ ਤਾਂ ਲੋੜ ਹੀ ਨਹੀਂ ਹੈ ਜਪਣ ਦੀ, ਸਾਨੂੰ ਨਾਮ ਤੇ ਜਪਣਾ ਨਹੀਂ ਚਾਹੀਦਾ। ਹੁਣ ਉਹਦੀ ਜਿਹੜੀ ਖੁਰਾਕ ਹੀ ਹੈ ਹੋ ਗਈ ਗੰਦਗੀ ਖਾਣ ਦੀ, ਤੇ ਉਹਦੇ ਅੱਗੇ ਅੰਮ੍ਰਿਤ ਦਾ ਪਿਆਲਾ ਰੱਖੋਗੇ ਉਹ ਫਿਰ ਗੰਦਗੀ ਦੇ ਵਿੱਚੋਂ ਮਾਰੇਗਾ। ਤੇ ਉਹਦੀ ਅਵਸਥਾ ਪਾਤਸ਼ਾਹ ਕਹਿੰਦੇ ਨੇ ਤੁਸੀਂ ਆਪ ਦੇਖੀਓ, ਗੁਰਮੁਖਾਂ ਨੇ ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਕਤ ਕੀ ਬਿਦ ਨੇਤਰੋਂ ਡਿਠੀ, ਕੂੜ ਕਪਟ ਹੰਕਾਰ ਰਜਾਨਾ, ਨਾਮ ਸੁਣਤ ਜਾਨਾ ਵਿਛੁੜ ਸਨ। ਉਹਦੇ ਕੋਲ ਨਾਮ ਦੀ ਗੱਲ ਕਰੋ, ਉਹਨੂੰ ਐਂ ਲੱਗੇਗਾ ਜਿਸ ਤਰ੍ਹਾਂ ਬਿੱਛੂ ਨੇ ਡੰਗ ਮਾਰ ਦਿੱਤਾ ਹੈ, ਇੰਨਾ ਉਲਟ ਚਲਾ ਜਾਏਗਾ। ਜਿਉਂ ਜਿਉਂ ਰਾਮ ਕਹੇ ਜਨ ਉੱਚੇ, ਨਰ ਨਿੰਦਕ ਡੰਸ ਲਗਾਏ। ਤੇ ਜੇ ਅੱਗੇ ਪੂਰੇ ਸਤਿਗੁਰ ਦੀ ਸ਼ਰਨ ਹੋ ਗਈ, ਜੇ ਅੱਗੇ ਤੀਰਥ ਹੋਵੇ ਤਾਂ ਮਲ ਲਹੇ, ਛੱਪੜ ਨਹਾਤੇ ਸਗਵੀ ਮਲ ਲਾਏ। ਤੀਰਥ ਪੂਰਾ ਸਤਿਗੁਰੂ ਜੋ ਅਣ ਦਿਨ ਹਰ ਹਰ ਨਾਮ ਤੇ ਆਏ, ਉਹ ਆਪ ਛੁਟਾ ਕਟੰਬ ਸਿਉ, ਦੇ ਹਰ ਹਰ ਨਾਮ ਸਭ ਸਿਸ ਡਾਏ, ਨਾਨਕ ਤਿਸ ਬਲਹਾਰ ਨੇ, ਜੋ ਆਪ ਜਪੇ ਅਬਰਹਿ ਨਾਮ ਜਪਾਏ। ਹੁਣ ਸੱਚੀ ਸੰਗਤ ਵਿੱਚ ਜਦੋਂ ਮਨ ਆ ਗਿਆ ਤੇ ਸਭ ਤੋਂ ਪਹਿਲਾਂ ਉੱਥੇ ਸਾਨੂੰ ਉਸ ਨਾਮ ਦਾ ਭੇਦ ਮਿਲਦਾ ਹੈ, ਸਾਨੂੰ ਬਖਸ਼ਿਸ਼ ਹੁੰਦੀ ਹੈ ਕਿ ਤੁਸੀਂ ਨਾਮ ਨੂੰ ਭੁੱਲੇ ਹੋਏ ਹੋ। ਤੇ ਸੱਚੀ ਸੰਗਤ ਦੇ ਵਿੱਚ ਉਹ ਹੰਸ ਜਨ, ਗੁਰਮੁਖ ਜਨ, ਪਰਮਹੰਸ, ਸਾਧੂ ਜਨ ਬੈਠੇ ਹੋਏ ਨੇ। ਉਹ ਫਿਰ ਗੁਰਬਾਣੀ ਦੁਆਰਾ ਜਦੋਂ ਵਿਚਾਰ ਕਰਦੇ ਨੇ ਤੇ ਗੁਰਬਾਣੀ ਦੇ ਵਿੱਚੋਂ ਫਿਰ ਖੋਜ ਕਰਦੇ ਨੇ ਵੀ ਉਹ ਜਿਹੜਾ ਨਾਮ ਤਿੰਨਾਂ ਯੁੱਗਾਂ ਤੋਂ ਗੁਪਤ ਰੱਖਿਆ ਗਿਆ, ਜਿਸ ਨਾਮ ਦਾ ਸਾਨੂੰ ਭੇਦ ਨਹੀਂ ਆ ਸਕਿਆ, ਉਹ ਫਿਰ ਸੰਗਤ ਵਿੱਚ ਬੈਠ ਕੇ ਵਿਚਾਰਦੇ ਨੇ। ਤੇ ਜਦੋਂ ਵਿਚਾਰਦੇ ਨੇ ਫਿਰ ਭੇਦ ਖੁੱਲ੍ਹਦਾ ਹੈ ਵੀ ਅਸੀਂ ਤਾਂ ਨਾਮ ਨੂੰ ਭੁੱਲੇ ਰਹੇ ਹਾਂ, ਤੇ ਨਾਮ ਨੂੰ ਭੁੱਲ ਕੇ ਅਸੀਂ ਬਾਹਰ ਹੀ ਖੋਜਦੇ ਰਹੇ, ਬਾਹਰ ਮੁਖੀ ਚੱਲਦੇ ਰਹੇ, ਤੇ ਗੁਰੂ ਦੀ ਸ਼ਰਨ ਵਿੱਚ ਨਹੀਂ ਆਏ, ਗੁਰੂ ਨੂੰ ਆ ਕੇ ਪੁੱਛਿਆ ਨਹੀਂ, ਵਿਚਾਰ ਨਹੀਂ ਕੀਤੀ, ਖੋਜ ਨਹੀਂ ਕੀਤੀ, ਤੇ ਸੰਗਤ ਵਿੱਚ ਨਹੀਂ ਆਏ। ਤੇ ਫਿਰ ਜਦੋਂ ਭੇਦ ਖੁੱਲ੍ਹਦਾ ਫਿਰ ਕਹਿੰਦੇ ਨੇ ਅਸੀਂ ਹੁਣ ਭਾਗਾਂ ਵਾਲੇ ਬਣੇ ਹਾਂ। ਵੱਡੇ ਭਾਗ ਹਰ ਸੰਗਤ ਪਾਵੇ, ਭਾਗਹੀਣ ਭ੍ਰਮ ਚੋਟਾਂ ਖਾਵੇ। ਉਹਨਾਂ ਨੂੰ ਫਿਰ ਪਤਾ ਲੱਗਦਾ ਵੀ ਹੁਣ ਸਾਡੇ ਤੇ ਕਿਰਪਾ ਹੋਈ ਹੈ, ਹੁਣ ਸਾਨੂੰ ਇਹ ਬਖਸ਼ਿਸ਼ ਹੋ ਗਈ, ਅਸੀਂ ਭਾਗਾਂ ਵਾਲੇ ਬਣ ਗਏ ਹਾਂ ਕਿ ਸਾਨੂੰ ਇਹ ਸੱਚੀ ਸੰਗਤ ਪ੍ਰਾਪਤ ਹੋ ਗਈ ਹੈ, ਜਿਸ ਵਿੱਚ ਆ ਕੇ ਸਾਨੂੰ ਉਸ ਨਾਮ ਦਾ ਭੇਦ ਮਿਲਿਆ ਜਿਸ ਨੂੰ ਅਸੀਂ ਭੁੱਲੇ ਹੋਏ ਹਾਂ, ਜਿਸ ਨੂੰ ਹਾਲੇ ਵੀ ਸਾਰਾ ਸੰਸਾਰ ਭੁੱਲਾ ਹੋਇਆ ਹੈ। ਬਹੁਤ ਸਾਰੇ ਜੀਵ ਜਿਹੜੇ ਸੱਚੀ ਸੰਗਤ ਵਿੱਚ ਨਹੀਂ ਆਏ, ਗੁਰੂ ਦੀ ਸ਼ਰਨ ਵਿੱਚ ਨਹੀਂ ਆਏ, ਉਹਨਾਂ ਨੂੰ ਨਾਮ ਦਾ ਨਹੀਂ ਪਤਾ, ਉਹ ਹਾਲੇ ਵੀ ਦੌੜ ਰਹੇ ਨੇ। ਤੇ ਮਹਾਰਾਜ ਉਹਨਾਂ ਬਾਰੇ ਗੁਰਬਾਣੀ ਵਿੱਚ ਸਮਝਾਉਂਦੇ ਨੇ, ਭੁੱਲੀ ਭੁੱਲੀ ਜੇ ਫਿਰਾਂ, ਥਲ ਚ ਡੂੰਗਰ ਜਾਊਂ, ਬਨ ਮੈਂ ਭੁੱਲੀ ਜੇ ਫਿਰਾਂ, ਬੇਨ ਗੁਰ ਬੂਝ ਨਾ ਪਾਊਂ, ਨਾਮੋਂ ਭੁੱਲੀ ਜੇ ਫਿਰਾਂ, ਫਿਰ ਆਊਂ ਜਾਊਂ, ਜਾਏ ਪੁੱਛੋ ਪਧਾਊਆਂ, ਚੱਲੇ ਚਾਕਰ ਹੋਏ, ਰਾਜਨ ਜਾਣੇ ਆਪਣਾ,
ਦਾਰ ਘਰ ਠਾਕ ਨਾ ਹੋਏ। ਤੇ ਜਦੋਂ ਉਹ ਸਤਸੰਗ ਦੇ ਵਿੱਚ ਆਏ, ਉਹਨਾਂ ਨੂੰ ਭੇਦ ਲੱਗਾ ਕਿ ਅਸੀਂ ਤਾਂ ਨਾਮ ਨੂੰ ਭੁੱਲੇ ਹੋਏ ਸੀ, ਤੇ ਜਿਸ ਨਾਮ ਨੂੰ ਭੁੱਲੇ ਹੋਏ ਹਾਂ, ਉਹ ਨਾਮ ਅੰਦਰ ਹੀ ਗੁਪਤ ਹੈ ਸਾਡੇ। ਇਥੋਂ ਫਿਰ ਸ਼ੁਰੂ ਹੁੰਦਾ ਹੈ ਸੱਚੀ ਸੰਗਤ ਦਾ ਸਿਲੇਬਸ ਸਾਡਾ। ਤੇ ਪਾਤਸ਼ਾਹ ਕਹਿੰਦੇ ਨੇ, ਜੇ ਲੋੜਾਂ ਸਦਾ ਸੁਖ ਪਾਈ, ਸਾਧੂ ਸੰਗਤ ਗੁਰਾਂ ਬਤਾਈ, ਊਹਾਂ ਜਪੀਐ ਕੇਵਲ ਨਾਮ, ਸਾਧੂ ਸੰਗਤ ਪਾਰਗਰਾਮ। ਸੰਗਤ ਵਿੱਚ ਫਿਰ ਸਾਨੂੰ ਉਸ ਗੁਪਤ ਨਾਮ ਦਾ ਭੇਦ ਮਿਲਦਾ ਹੈ, ਉਹ ਨਾਮ ਜਿਸ ਨੂੰ ਅਸੀਂ ਭੁੱਲੇ ਹੋਏ ਸੀ। ਤੇ ਜਦੋਂ ਸਾਨੂੰ ਪਤਾ ਲੱਗਾ ਕਿ ਉਹ ਨਾਮ ਸਾਡੇ ਅੰਦਰ ਹੀ ਹੈ, ਸਾਡੇ ਕੋਲ ਹੀ ਹੈ, ਅੰਦਰ ਹੀ ਮੌਜੂਦ ਹੈ ਸਾਡੇ, ਤੇ ਅਸੀਂ ਤਾਂ ਬਾਹਰ ਚੱਲਦੇ ਸੀ, ਬਾਹਰ ਲੱਭ ਰਹੇ ਸੀ, ਬਾਹਰ ਖੋਜ ਰਹੇ ਸੀ। ਤੇ ਫਿਰ ਉਦੋਂ ਤੋਂ ਫਿਰ ਉਹ ਬਚਨ ਕਰਦੇ ਨੇ ਕਿ ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ, ਮਾਣਕ ਪਾਇਓ ਰੇ ਪਾਇਓ, ਹਰ ਪੂਰਾ ਪਾਇਆ ਥਾ, ਆਦ੍ਰਿਸ਼ਟ ਅਗੋਚਰ ਪਾਰ ਬ੍ਰਹਮ, ਮਿਲ ਸਾਧੂ ਅਕਥ ਕਥਾਇਆ ਥਾ, ਅਨਹਦ ਸ਼ਬਦ ਦਸਵੇਂ ਦੁਆਰੇ ਵਾਜਿਓ, ਤੇ ਅੰਮ੍ਰਿਤ ਨਾਮ ਚੁਆਇਆ ਥਾ। ਕਿ ਉਹ ਨਾਮ ਜੋ ਸ਼ਬਦ ਰੂਪ ਦੇ ਵਿੱਚ ਚੱਲਦਾ ਪਿਆ ਹੈ, ਜਿਸ ਨਾਲੋਂ ਮਨ ਦੀ ਸੁਰਤ ਦੀ ਲਿਵ ਟੁੱਟੀ ਹੋਈ ਹੈ, ਉਹ ਅੰਦਰ ਹੀ ਗੁਪਤ ਹੈ ਸਾਡੇ। ਇਹ ਫਿਰ ਸੱਚੀ ਸੰਗਤ ਵਿੱਚ ਆ ਕੇ ਮਿਲਦਾ ਹੈ। ਤੇ ਜਿਨ੍ਹਾਂ ਨੂੰ ਇਹ ਸੱਚੀ ਸੰਗਤ ਵਿੱਚ ਆ ਕੇ ਉਸ ਨਾਮ ਦਾ ਭੇਦ ਮਿਲਿਆ, ਉਹਨਾਂ ਤੇ ਪਾਤਸ਼ਾਹ ਦੀ ਕਿਰਪਾ ਹੋ ਗਈ। ਫਿਰ ਉਹਨਾਂ ਨੇ ਦੱਸਿਆ ਵੀ ਇਹ ਸਾਨੂੰ ਨਾਮ ਦਾ ਪ੍ਰਾਪਤ ਕਿੱਥੋਂ ਹੋਇਆ, ਇਹ ਨਾਨਕ ਦੇ ਘਰ ਤੋਂ ਪ੍ਰਾਪਤ ਹੋਇਆ। ਦੇਸਾਂ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਦੇ ਨਾਲ ਇੱਕ ਜੁੜਿਆ ਹੋਇਆ ਵਾਕਿਆਤ ਹੈ ਕਿ ਜਦੋਂ ਮਹਾਰਾਜ ਕੁਰਸ਼ੇਤਰ ਦੀ ਧਰਤੀ ਤੇ ਗਏ ਨੇ, ਜਿੱਥੇ ਚਰਚਾ ਹੋਈ ਹੈ ਮੇਲੇ ਤੇ, ਕੁੰਭ ਦੇ ਮੇਲੇ ਤੇ, ਜੋਗੀਆਂ ਦੇ ਨਾਲ, ਸੰਨਿਆਸੀਆਂ ਦੇ ਨਾਲ, ਗੰਧਰਵਾਂ ਦੇ ਨਾਲ, ਤੇ ਉੱਥੇ ਜਦੋਂ ਲਗਾਤਾਰ ਪਾਤਸ਼ਾਹ ਦੇ ਨਾਲ ਵਿਚਾਰ ਹੋਈ 3 ਦਿਨ, ਤੇ ਵਿਚਾਰ ਤੋਂ ਬਾਅਦ ਕਿਸੇ ਨੂੰ ਗੁਰੂ ਸਾਹਿਬ ਦੇ ਅੱਗੇ ਕੋਈ ਵੀ ਵਿਚਾਰ ਨਾ ਆਇਆ, ਤਾਂ ਉਸ ਵਕਤ ਬਹੁਤ ਸਾਰੇ ਜਿਹੜੇ ਜੀਵ ਸੀ, ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਜੋ ਅਸਲ ਮਨੋਰਥ ਸੀ, ਮਿਸ਼ਨ ਸੀ ਗੁਰੂ ਨਾਨਕ ਦੇਵ ਜੀ ਦਾ, ਕਿ ਪਰਮਾਤਮਾ ਦੇ ਨਾਲ ਜੁੜਨਾ, ਉਹ ਨਾਮ ਦੇ ਨਾਲ ਜੁੜਨਾ, ਜੀਵਾਂ ਨੂੰ ਭੇਦ ਲੱਗਾ, ਤੇ ਜੀਵਾਂ ਨੂੰ ਵੱਖ-ਵੱਖ ਥਾਂ ਤੇ ਜਾ ਕੇ ਉਹਨਾਂ ਨੇ ਦੱਸਿਆ। ਤੇ ਜਿਹੜੇ ਦੁਬਿਧਾ ਵਿੱਚ ਸੀ ਬਹੁਤ ਸਾਰੇ ਜੀਵ, ਉਹਨਾਂ ਨੇ ਉੱਥੇ ਰੌਲਾ ਪਵਾ ਦਿੱਤਾ ਵੀ ਗੁਰੂ ਨਾਨਕ ਦੇਵ ਜੀ ਨੇ ਇਸ ਸੂਰਜ ਗ੍ਰਹਿਣ ਦੇ ਮੌਕੇ ਤੇ ਹਿਰਨ ਦਾ ਮਾਸ ਜਿਹੜਾ ਹੈ ਉਹ ਰਿੰਨ ਕੇ ਵੰਡਿਆ ਹੈ। ਹੁਣ ਇਹ ਗੱਲ ਬਹੁਤ ਪ੍ਰਚਲਿਤ ਹੋ ਗਈ, ਇੰਨੀ ਪ੍ਰਚਲਿਤ ਹੋ ਗਈ ਕਿ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਐਸਾ ਗੁਰਸਿੱਖ ਬੈਠੇ ਹੋਏ ਤੇ ਵਿਚਾਰ ਕਰਨ ਲੱਗੇ ਕਿ ਗੁਰੂ ਨਾਨਕ ਦੇਵ ਜੀ ਨੇ ਵੀ ਉੱਥੇ ਕੁੰਭ ਦੇ ਮੇਲੇ ਤੇ ਜੋ ਚਰਚਾ ਹੋਈ, ਜਾਂ ਉੱਥੇ ਸੂਰਜ ਗ੍ਰਹਿਣ ਦੇ ਮੌਕੇ ਤੇ ਵੀ ਕੀ ਉੱਥੇ ਹਿਰਨ ਦਾ ਮਾਸ ਵੰਡਿਆ। ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਉੱਥੇ ਫਿਰ ਸਮਝਾਇਆ ਤੇ ਦੱਸਿਆ, ਜੋ ਆਪਾਂ ਨੂੰ ਵੀ ਸਮਝਣਾ ਚਾਹੀਦਾ ਹੈ। ਗੁਰੂ ਅਰਜਨ ਦੇਵ ਜੀ ਨੇ ਦੱਸਿਆ ਵੀ ਉੱਥੇ ਜਦੋਂ ਗੁਰੂ ਨਾਨਕ ਦੇਵ ਜੀ ਦੀ ਵਿਚਾਰ ਹੋਈ ਜੋਗੀਆਂ ਦੇ ਨਾਲ, ਪਹਿਲਾਂ ਉਹਨਾਂ ਨੂੰ ਸਮਾਂ ਦਿੱਤਾ ਗਿਆ, ਤੇ ਫਿਰ ਗੁਰੂ ਨਾਨਕ ਦੇਵ ਜੀ ਨੂੰ ਸਮਾਂ ਦਿੱਤਾ ਗਿਆ, ਫਿਰ ਇਸ ਤਰ੍ਹਾਂ ਨਾਗਿਆਂ ਨੂੰ, ਸਾਧੂਆਂ ਨੂੰ ਦਿੱਤਾ ਗਿਆ, ਤੇ ਫਿਰ ਗੁਰੂ ਨਾਨਕ ਦੇਵ ਜੀ ਨੂੰ ਸਮਾਂ ਦਿੱਤਾ ਗਿਆ, ਔਰ ਤੀਸਰੇ ਦਿਨ ਫਿਰ ਇਸ ਤਰ੍ਹਾਂ ਗੰਧਰਵਾਂ ਨੂੰ ਤੇ ਸੰਨਿਆਸੀਆਂ ਨੂੰ ਤੇ ਗੁਰੂ ਨਾਨਕ ਦੇਵ ਜੀ ਨੂੰ ਬਾਅਦ ਸਮਾਂ ਦਿੱਤਾ ਗਿਆ। ਹੁਣ ਉੱਥੇ ਜਦੋਂ ਵੱਖ-ਵੱਖ ਸਮਾਂ ਦਿੱਤਾ ਗਿਆ ਵਿਚਾਰ ਕਰਨ ਵਾਸਤੇ, ਤੇ ਜਦੋਂ ਜੋਗੀ ਸੰਨਿਆਸੀ ਵਿਚਾਰ ਕਰਦੇ ਸੀ, ਤੇ ਪੰਡਾਲ ਦੇ ਵਿੱਚ ਬਹੁਤ ਸ਼ੋਰ ਪੈਂਦਾ ਸੀ, ਟਿਕਾਊ ਨਹੀਂ ਸੀ ਲੋਕਾਂ ਦੇ ਵਿੱਚ। ਤੇ ਜਦੋਂ ਗੁਰੂ ਨਾਨਕ ਦੇਵ ਜੀ ਨੇ ਵਿਚਾਰ ਸ਼ੁਰੂ ਕੀਤੀ, ਤੇ ਸਾਰੀ ਸੰਗਤ ਜਿੱਥੇ ਜਿੱਥੇ ਬੈਠੀ ਸੀ ਉਹਨਾਂ ਟਿਕਾਊ ਆ ਗਿਆ। ਜੇ ਕਿਸੇ ਦੀ ਅੱਖ ਖੁੱਲੀ ਸੀ ਖੁੱਲੀ ਰਹਿ ਗਈ, ਜੇ ਬੰਦ ਸੀ ਬੰਦ ਰਹਿ ਗਈ, ਜੇ ਕਿਸੇ ਦਾ ਮੁਖ ਖੁੱਲਾ ਸੀ ਰਹਿ ਗਿਆ, ਜਿੱਥੇ ਕਿਸੇ ਦਾ ਹੱਥ ਸੀ। ਇੰਨਾ ਧਿਆਨ ਦੇ ਨਾਲ ਗੁਰੂ ਨਾਨਕ ਦੇਵ ਜੀ ਦੇ ਬਚਨ ਨੂੰ ਸੁਣਨ ਲੱਗੇ
ਕਿ ਸਾਰੇ ਹੀ ਸੁੰਨ ਅਵਸਥਾ ਵਿੱਚ ਚਲੇ ਗਏ। ਗੁਰੂ ਨਾਨਕ ਦੇਵ ਜੀ ਜਦੋਂ ਉੱਥੇ ਬੋਲੇ ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਪਣੀ ਜਿਹੜੀ ਵਿਚਾਰ ਸੀ ਉਹ 5 ਸ਼ਬਦਾਂ ਤੋਂ ਆਰੰਭ ਕੀਤੀ। ਜੋ ਹੀ 5 ਸ਼ਬਦਾਂ ਤੋਂ ਵਿਚਾਰ ਆਰੰਭ ਕੀਤੀ ਤੇ ਸੁਣਨ ਵਾਲੇ ਜਿਹੜੇ ਸੀ ਉਹ ਸਹਿਜ ਵਿੱਚ ਚਲੇ ਗਏ। ਗੁਰੂ ਨਾਨਕ ਦੇਵ ਜੀ ਨੇ ਸਹਿਜੇ ਹੀ ਬੋਲ ਕੇ ਉਹਨਾਂ ਦੀਆਂ ਜਿਹੜੀਆਂ ਗਿਆਨ ਇੰਦਰੀਆਂ ਸੀ ਉਹਨਾਂ ਨੂੰ ਕਾਬੂ ਕਰ ਲਿਆ। ਇਹ ਜਿਹੜੀਆਂ ਗਿਆਨ ਇੰਦਰੀਆਂ ਨੇ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਨੂੰ ਮਿਰਗਣੀਆਂ ਕਿਹਾ ਹੈ। 10 ਮਿਰਗਣੀ ਸਹਿਜੇ ਬਾਂਧ ਆਨੀ, 5 ਗਿਆਨ ਇੰਦਰੀਆਂ ਤੇ 5 ਕਰਮ ਇੰਦਰੀਆਂ, ਇਹਨਾਂ ਨੂੰ ਪਾਤਸ਼ਾਹ ਕਹਿੰਦੇ ਨੇ ਮਿਰਗਣੀਆਂ। ਆਦੇ ਜੋ ਗੁਰੂ ਨਾਨਕ ਦੇਵ ਜੀ ਬੋਲੇ ਉਹਨਾਂ ਨੇ ਮਿਰਗਣੀਆਂ ਨੂੰ ਕਾਬੂ ਕਰ ਲਿਆ। 10 ਮਿਰਗਣੀ ਸਹਿਜੇ ਬਾਂਧ ਆਨੀ, 5 ਮਿਰਗ ਬੇਦੇ ਸ਼ਿਵ ਕੀ ਬਾਣੀ। ਤੇ ਜਦੋਂ ਇਹ ਗਿਆਨ ਇੰਦਰੀਆਂ ਰੁਕ ਗਈਆਂ ਤੇ ਉਹਨਾਂ ਦੇ ਜੀਵਨ ਦੇ ਅੰਦਰ ਅਨਹਦ ਸ਼ਬਦ ਪ੍ਰਗਟ ਹੋ ਗਿਆ। ਉਹਨੂੰ ਕਹਿੰਦੇ ਨੇ ਸ਼ਿਵ ਬਾਣੀ। ਅਨਹਦ ਬਾਣੀ ਨੂੰ ਸ਼ਿਵ ਬਾਣੀ ਕਹਿੰਦੇ ਨੇ। ਸ਼ਿਵ ਬਾਣੀ ਕਹਿੰਦੇ ਨੇ ਜੋ ਆਪਣੇ ਅੰਦਰ ਆਤਮਾ ਰਾਮ ਹੈ ਤੇ ਆਤਮਾ ਦੇ ਸਹਿਯੋਗ ਨਾਲ ਜਿਹੜਾ ਸ਼ਬਦ ਪ੍ਰਗਟ ਹੋ ਰਿਹਾ ਉਹਨੂੰ ਸ਼ਿਵ ਬਾਣੀ ਕਹਿੰਦੇ ਨੇ। ਤੇ ਜਿਵੇਂ ਹੀ ਉਹਨਾਂ ਦੀਆਂ ਗਿਆਨ ਇੰਦਰੀਆਂ ਰੁਕੀਆਂ, ਵਿਚਾਰ ਰੁਕੇ, ਉਹਨਾਂ ਦੇ ਅੰਦਰ ਅਨਹਦ ਸ਼ਬਦ ਪ੍ਰਗਟ ਹੋਇਆ ਸ਼ਿਵ ਬਾਣੀ। ਉਹਦੇ ਨਾਲ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ 5 ਨੇ ਇਹਨਾਂ ਨੂੰ ਮਿਰਗ ਕਿਹਾ। ਆਉਂਦੇ ਇਹਨਾਂ ਨੂੰ ਪਕੜ ਲਿਆ। 10 ਮਿਰਗਣੀ ਸਹਿਜੇ ਬਾਂਧ ਆਨੀ, 5 ਮਿਰਗ ਬੇਦੇ ਸ਼ਿਵ ਕੀ ਬਾਣੀ। ਤੇ ਜਦੋਂ ਇਹ 5 ਦੂਤ ਖਤਮ ਹੋ ਗਏ, ਅੰਦਰ ਮਨ ਇਕੱਲਾ ਰਹਿ ਗਿਆ ਤੇ ਉਸ ਮਨ ਨੂੰ ਕਿਹਾ ਉਹਨਾਂ ਨੇ ਸੰਤ। ਆਂਦੇ ਫਿਰ ਉਹਨਾਂ ਦੇ ਮਨਾਂ ਨੂੰ ਨਾਲ ਲੈ ਕੇ ਪਾਤਸ਼ਾਹ ਨੇ ਵਿਚਾਰ ਕੀਤੀ। ਸੰਤ ਸੰਗ ਲੈ ਚਰੋ ਸ਼ਿਕਾਰ। ਉਹਨਾਂ ਨੂੰ ਫਿਰ ਨਾਲ ਲੈ ਕੇ ਚੱਲੇ ਨੇ ਸੁਰਤੀਆਂ ਨੂੰ। ਮਿਰਗ ਪਕੜੇ ਬਿਨ ਘੋਰ ਹਥਿਆਰ। ਇਸ ਤਰੀਕੇ ਦੇ ਨਾਲ ਇਹ ਜਿਹੜੇ ਮਿਰਗ ਸੀ 5 ਦੂਤ ਇਹਨਾਂ ਨੂੰ ਕਾਬੂ ਕਰ ਲਿਆ। ਤੇ ਕਦੋਂ ਕਾਬੂ ਕੀਤਾ? ਆਖੇਰ ਬਿਰਤ ਬਾਰ ਆਇਓ ਧਾਏ, ਘੇਰਾ ਪਾਇਓ ਕਰਕੇ ਗਾਏ। ਜਦੋਂ ਮਨ ਇਥੋਂ ਨਿਜ ਘਰ ਦੇ ਵਿੱਚੋਂ ਨਿਕਲ ਲੱਗਾ ਤੇ 3 ਗੁਣਾਂ ਦੇ ਵਿਹੜੇ ਦੇ ਵਿੱਚ ਹੀ ਇਹਨਾਂ ਨੂੰ ਘੇਰ ਲਿਆ। ਪਾਉਂਦੇ ਫਿਰ ਇਹਨਾਂ ਨੂੰ ਘੇਰਾ ਪਾ ਕੇ ਤੇ ਮਾਰਿਆ। ਇਹ ਫਿਰ ਦਾਨ ਕੀਤਾ। ਆਖੇਰ ਬਿਰਤ ਬਾਰ ਆਇਓ ਧਾਏ, ਘੇਰਾ ਪਾਇਓ ਕਰਕੇ ਗਾਏ। ਮਿਰਗ ਪਕੇ ਕਰ ਆਣੇ ਹਾਟ, ਚੁੱਕ ਚੁੱਕ ਲੈ ਗਏ ਬਾਂਡੇ ਬਾਟ। ਆਂਦੇ ਫਿਰ ਪਾਤਸ਼ਾਹ ਨੇ ਇਸਾਂ ਫਿਰ ਜਦੋਂ ਗਿਆਨ ਦਿੱਤਾ ਤੇ ਜਿੰਨਾ ਜਿੰਨਾ ਕਿਸੇ ਨੂੰ ਸਮਝ ਆਈ ਉਹਨਾਂ ਨੇ ਆਪਣੇ ਮਤ ਵਿੱਚ ਵਸਾਇਆ, ਦਿਮਾਗ 'ਚ ਵਸਾਇਆ ਤੇ ਉਹ ਜਾ ਕੇ ਲੋਕਾਂ ਨੂੰ ਵੰਡਣਾ ਸ਼ੁਰੂ ਕੀਤਾ। ਚੁੱਕ ਚੁੱਕ ਲੈ ਗਏ ਬਾਂਡੇ ਬਾਟ, ਇਹਾ ਹੇਰੋ ਕੀਨੋ ਦਾਨ, ਨਾਨਕ ਕੇ ਕਰ ਕੇਵਲ ਨਾਮ। ਕਹਿੰਦੇ ਵੀ ਇਹ ਉੱਥੇ ਗੁਰੂ ਨਾਨਕ ਦੇਵ ਜੀ ਨੇ ਨਾਮ ਦਾ ਭੇਦ ਦਿੱਤਾ। ਇਹ ਹਿਰਨ ਉੱਥੇ ਮਹਾਰਾਜ ਨੇ ਇਸ ਹਿਰਨ ਦਾ ਮਾਸ ਵੰਡਿਆ ਕਿ 5 ਕਾਮ, ਕ੍ਰੋਧ, ਮੋਹ, ਹੰਕਾਰ ਨੂੰ ਮਾਰ ਕੇ ਤੇ ਮਿਰਗੀਆਂ ਨੂੰ ਤੇ ਨਾਮ ਦਾ ਭੇਦ ਦਿੱਤਾ। ਤੇ ਜਿੰਨਾ ਜਿੰਨਾ ਕਿਸੇ ਦੇ ਹਿੱਸੇ ਆਇਆ ਆਂਦੇ ਲੋਚ ਲੋਚ ਖਵਾਇਆ, ਸਾਗਤ ਹਰ ਹਰ ਚੇਤਨ ਆਇਆ। ਵੀ ਜਿੰਨਾ ਜਿੰਨਾ ਕਿਸੇ ਦੇ ਹਿੱਸੇ ਆਇਆ ਉਹ ਗਿਆਨ ਲੈ ਗਏ। ਫਿਰ ਜਾ ਕੇ ਉਹਨਾਂ ਨੇ ਵੰਡਣਾ ਸ਼ੁਰੂ ਕਰ ਦਿੱਤਾ। ਤੇ ਜਿਹੜੇ ਮਨਮੁਖ ਸੀ ਉਹਨਾਂ ਨੇ ਰੌਲਾ ਪਾਤਾ ਵੀ ਇੱਥੇ ਤਾਂ ਮੀਟ ਖਾਧਾ ਮਾਰੇ ਨੇ। ਹੁਣ ਇੱਥੇ ਗੁਰੂ ਨਾਨਕ ਦੇ ਘਰ ਨੇ ਫਿਰ ਪ੍ਰਚਲਿਤ ਹੋ ਗਿਆ ਵੀ ਨਾਨਕ ਕੇ ਕਰਕੇ ਉਹ ਨਾਮ। ਵੀ ਜੇ ਨਾਮ ਦਾ ਭੇਦ ਮਿਲਣਾ ਤੇ ਉਹ ਗੁਰੂ ਨਾਨਕ ਦੇ ਘਰ ਤੋਂ ਹੀ ਮਿਲਣਾ। ਜਿੰਨੀ ਦੇਰ ਤੱਕ ਸਾਨੂੰ ਨਾਮ ਦਾ ਭੇਦ ਨਹੀਂ ਮਿਲਦਾ ਉਨੀ ਦੇਰ ਤੱਕ ਇਹ ਜਿਹੜੇ 5 ਦੂਤ ਨੇ ਇਹ ਜਮਾਂ ਤੋਂ ਛੁਟਕਾਰਾ ਨਹੀਂ ਹੋ ਸਕਦਾ। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਸਾਨੂੰ ਦੱਸਿਆ ਵੀ ਸੰਗਤ ਵਿੱਚੋਂ ਆ ਕੇ ਆਪਾਂ ਕੀ ਪ੍ਰਾਪਤ ਕਰਨਾ। ਜਿੱਥੇ ਪਾਤਸ਼ਾਹ ਦੀ ਵਿਚਾਰ ਹੋਈ ਤੇ ਬਚਨ ਕਰਨ ਲੱਗੇ, ਆਂਦੇ ਪ੍ਰਾਣੀ ਕੌਣ ਉਪਾਉ ਕਰੇ, ਜਾਤੇ ਭਗਤ ਰਾਮ ਕੀ ਪਾਵੇ, ਜਮ ਕੋ ਤਰਾਸ ਹਰੇ। ਕੌਣ ਕਰਮ ਵਿਦਿਆ ਕੋ ਕੈਸੀ, ਧਰਮ ਕੌਣ ਫੁਨ ਕਰ ਰਹੀ। ਵੀ ਕਿਹੜਾ ਕਰਮ ਕਰੀਏ, ਕਿਹੋ ਜਿਹਾ ਕਰਮ ਕਰੀਏ ਵੀ ਜਮਾਂ ਤੋਂ ਛੁਟਕਾਰਾ ਹੋ ਜਾਏ। ਕੌਣ ਕਰਮ ਵਿਦਿਆ ਕੋ ਕੈਸੀ, ਕਿਹੜੀ ਪੜ੍ਹਾਈ ਕਰੀਏ, ਕਿਹੜੇ ਸ਼ਾਸਤਰਾਂ ਨੂੰ ਪੜ੍ਹੀਏ। ਧਰਮ ਕੌਣ ਫੁਨ ਕਰੇ, ਵੀ ਕਿਹੜਾ ਧਰਮ ਸਭ ਤੋਂ ਉੱਚਾ ਆ। ਜਿਸ ਅੱਜ ਕੱਲ੍ਹ ਕਈ ਕਹਿੰਦੇ ਸਾਡੇ ਧਰਮ ਵਿੱਚ ਆਓ ਤੇ ਪਾਤਸ਼ਾਹ ਕਹਿੰਦੇ ਨੇ ਕਿਹੜੇ ਧਰਮ ਨੂੰ ਗ੍ਰਹਿਣ ਕਰੀਏ। ਕੌਣ ਨਾਮ ਗੁਰ ਜਾ ਕੇ ਸਿਮਰੇ, ਭਵ ਸਾਗਰ ਕੋ ਤਰੀ। ਤੇ ਕਿਹੜਾ ਨਾਮ ਜਪਿਆ ਜਾਏ। ਹੁਣ ਅਸੰਖਾ ਨਾਮ ਨੇ ਤੇ ਕਿਹੜਾ ਨਾਮ ਪ੍ਰਧਾਨ ਹੈ। ਤੇ ਜਦੋਂ ਉੱਥੇ ਵਿਚਾਰ ਨਹੀਂ ਆਈ ਜੀਵਨ ਤੇ ਫਿਰ ਪਾਤਸ਼ਾਹ ਕਹਿਣ ਲੱਗੇ ਕਲ ਮੈਂ ਏਕ ਨਾਮ ਕਿਰਪਾ ਨਿਧ,
ਜਾਏ ਜਪੇ ਗਤ ਪਾਵੇ। ਵੀ ਕਲਯੁਗ ਦੇ ਵਿੱਚ ਜਿਹੜਾ ਏਕ ਨਾਮ ਹੈ, ਇੱਕ ਤੇ ਹੁੰਦਾ ਨੇ ਅਸੰਖ ਨਾਮ ਜਿਹੜਾ ਆਪਣੀ ਭਾਸ਼ਾ ਦੇ ਵਿੱਚ ਆਉਂਦਾ, ਇੱਕ ਆਉਂਦਾ ਏਕ ਨਾਮ ਜਿਹਨੂੰ ਆਪਾਂ ਪੜ੍ਹਦੇ ਹਾਂ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਜਿਸ ਨੂੰ ਮਾਰੇ ਕਹਿੰਦੇ ਨੇ 52 ਅੱਖਰ ਜੋਰੇ ਆਨ ਸਕਿਆ ਨਾ ਅੱਖਰ ਏਕ ਪਛਾਣ, ਜਿਹਨੂੰ ਕਹਿੰਦੇ ਨੇ ਇਹ ਅੱਖਰ ਖਿਰ ਜਾਹੇਂਗੇ ਉਹ ਅੱਖਰ ਕਿਨਮੇ ਨਾ ਹੈ। ਹੁਣ ਆਪਣੇ ਕੋਲ ਸਮਾਂ ਥੋੜਾ ਰਹਿ ਰਿਹਾ, ਆਪਾਂ ਫਿਰ ਨਾਲ ਨਾਲ ਵਿਚਾਰ ਕਰਾਂਗੇ ਗਹਿਰਾਈ ਵਿੱਚ ਜਾ ਕੇ। ਉਹ ਨਾਮ ਏਕ ਨਾਮ ਕਲਮੇ ਏਕ ਨਾਮ ਕਿਰਪਾ ਨਿਧ ਜਾਏ ਜਪੇ ਗਤ ਪਾਵੇ ਔਰ ਧਰਮ ਤਾਕੇ ਸਮ ਨਾਹਿਨ ਇਹ ਵੇਦ ਇਹ ਵੇਦ ਬਤਾਵੇ। ਤੇ ਪਾਤਸ਼ਾਹ ਕਹਿੰਦੇ ਨੇ ਏਕ ਨਾਮ ਜਿਹੜਾ ਆ ਉਹ ਏਕ ਨਾਮ ਮਿਲਣਾ ਸੱਚੀ ਸੰਗਤ ਦੇ ਵਿੱਚ, ਤੇ ਉਹ ਸੱਚੀ ਸੰਗਤ ਹੈ ਕਲਯੁਗ ਦੇ ਵਿੱਚ ਗੁਰੂ ਨਾਨਕ ਦੇ ਕਰਦੀ। ਇਸ ਕਰਕੇ ਜਿਹੜੇ ਜੀਵ ਇੱਧਰ ਉੱਧਰ ਚੱਲ ਰਹੇ ਨੇ ਭਟਕ ਰਹੇ ਨੇ ਉਹਨਾਂ ਨੂੰ ਫਿਰ ਪਾਤਸ਼ਾਹ ਨੇ ਤੇ ਸਮਝਾਇਆ ਕਿ ਜਿਹੜਾ ਏਕ ਨਾਮ ਦੇ ਨਾਲ ਜੁੜੇਗਾ ਉਹ ਹੀ ਜੀਵਨ ਮੁਕਤ ਹੋ ਸਕਦਾ ਹੈ। ਇਸ ਕਰਕੇ ਭਾਵੇਂ ਉਹ ਕੋਈ ਵੀ ਆ, ਐਨੀਬੋਡੀ ਐਲਸ ਕੋਈ ਵੀ ਆ, ਖੱਤਰੀ ਬ੍ਰਾਹਮਣ ਸੂਦ ਵੈਸ ਅਵਦੇਸ਼ ਚੋਂ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੈ ਸੋ ਉਧਰੇ ਕਲਮੈ ਘਟ ਘਟ ਨਾਨਕ ਮਾਂਝਾ। ਇਸ ਕਰਕੇ ਜੋ ਕਲਯੁਗ ਦਾ ਸਿਧਾਂਤ ਆ, ਨਾਮ ਦੇ ਨਾਲ ਜਿਹੜਾ ਜੁੜੇਗਾ, ਨਾਮ ਦੀ ਖੋਜ ਕਰੇਗਾ, ਨਾਮ ਨੂੰ ਪ੍ਰਾਪਤ ਕਰੇਗਾ, ਨਾਮ ਦੇ ਵਿੱਚ ਸਮਾਵੇਗਾ, ਉਹ ਹੀ ਆਪਣੇ ਸੱਚ ਤੱਕ ਪਹੁੰਚ ਸਕਦਾ। ਤੇ ਉਸ ਨਾਮ ਦਾ ਭੇਦ ਲੈਣ ਵਾਸਤੇ ਸਾਨੂੰ ਸੱਚੀ ਸੰਗਤ ਦੀ ਪਹਿਚਾਣ ਕਰਨੀ ਪਏਗੀ ਵੀ ਜਿੱਥੇ ਕੇਵਲ ਤੇ ਕੇਵਲ ਨਾਮ ਦਾ ਭੇਦ ਮਿਲਦਾ, ਤੇ ਜਿੱਥੇ ਸਾਨੂੰ ਨਾਮ ਦਾ ਭੇਦ ਪ੍ਰਾਪਤ ਹੀ ਨਹੀਂ ਹੋ ਰਿਹਾ, ਸਾਨੂੰ ਨਾਮ ਦਾ ਹੀ ਨਹੀਂ ਪਤਾ ਲੱਗਦਾ ਪਿਆ ਨਾਮ ਕੀ ਹੈ, ਤੇ ਫਿਰ ਪਾਤਸ਼ਾਹ ਕਹਿੰਦੇ ਨੇ ਉਹ ਸੰਗਤ ਨਹੀਂ। ਉੱਥੇ ਫਿਰ ਆਪਾਂ ਦੁਬਿਧਾ ਦੇ ਵਿੱਚ ਚਲੇ ਜਾਂਦੇ ਹਾਂ, ਉੱਥੇ ਫਿਰ ਸਾਡੇ ਮਨ ਦੇ ਉੱਪਰ ਮੈਲ ਲੱਗਦੀ ਹੈ। ਇਸ ਕਰਕੇ ਜੋ ਅੱਜ ਦਾ ਆਪਣਾ ਇਹ ਵਿਸ਼ਾ ਹੈ ਵੀ ਸਤ ਸੰਗਤ ਵਿੱਚ ਜਦੋਂ ਆਪਾਂ ਪ੍ਰਵੇਸ਼ ਹੋਣੇ ਆ ਤੇ ਉਹਦੀ ਨਿਸ਼ਾਨੀ ਹੈ ਵੀ ਜਿੱਥੇ ਸਾਨੂੰ ਨਾਮ ਦਾ ਭੇਦ ਮਿਲਦਾ, ਤੇ ਉਸ ਨਾਮ ਤੱਕ ਪਹੁੰਚਣ ਵਾਸਤੇ ਫਿਰ ਗੁਰੂ ਸਾਨੂੰ ਮੰਤਰ ਦੇ ਕਰਾਉਂਦਾ ਆ, ਫਿਰ ਅਸੀਂ ਉਸ ਨਾਮ ਤੱਕ ਪਹੁੰਚਦੇ ਹਾਂ। ਸੋ ਕੋਸ਼ਿਸ਼ ਕਰਨੀ ਹੈ ਸਾਰਿਆਂ ਨੇ ਵੀ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਦੁਆਰਾ ਆਪਾਂ ਉਸ ਨਾਮ ਦਾ ਭੇਦ ਲਈਏ। ਚਾਹੋ ਥੋੜਾ ਹੁਣ ਆਪਾਂ ਨਾਮ ਜਪੀਏ, ਨਾਮ ਜਪਦੇ ਜਪਦੇ ਜੋ ਅੰਦਰ ਨਾਮ ਆ ਉਹਦੇ ਨਾਲ ਆਪਾਂ ਜੁੜਨਾ ਸਾਰਿਆਂ ਨੂੰ। ਆਓ ਸਾਰਿਆਂ ਨੂੰ ਬੇਨਤੀ ਹੈ, ਕਰੋ ਕਿਰਪਾ। ਵਾਹਿਗੁਰੂ 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 ਵਾਹਿਗੁਰੂ